सरकार पंजाब की जिहड़ी स्थिति है हालात है इत्थों तक किवें पुजे और पुजने किहड़े पासे चाहिए। गाड़ी ਦੇ ਵਿੱਚ 2015 ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਤੀਆਂ ਸੀਗੀਆਂ। 2 ਸਿੱਖ ਪੁਲਿਸ ਨੇ ਸ਼ਹੀਦ ਕਰਤੇ ਸੀ, ਪਰ ਉਸ ਤੋਂ ਬਾਅਦ ਬਾਦਲ ਦੀ ਸਰਕਾਰ ਵੀ ਆਈ ਰਹੀ, ਫਿਰ ਕੈਪਟਨ ਸਾਹਿਬ ਦੀ ਵੀ ਆਈ ਰਹੀ, ਹੁਣ ਆਮ ਆਦਮੀ ਪਾਰਟੀ ਦੀ ਆਈ ਹੈ, ਪਰ ਉਹਦੇ ਤੇ ਕੋਈ ਐਕਸ਼ਨ ਨਹੀਂ ਹੋ ਰਿਹਾ। है कि ਜਿਹੜੇ ਬਾਕੀਆਂ ਨੇ ਨਹੀਂ ਕੀਤੇ ਮੈਂ ਕਰਦਾ ਰਿਹਾ, ਹੁਣ ਤੱਕ ਲੋਕ ਤੁਹਾਡੀ ਜਿੱਤ ਝੋਲੀ ਵਿੱਚ ਕਿਉਂ ਨਹੀਂ ਪਾ ਰਹੇ? ਤਾਂ ਸਵਾਲ ਦਾ ਜਵਾਬ ਇੱਕ ਹੀ ਹੈ ਕਿ ਮੈਂ ਨਲਾਇਕ ਆਦਮੀ। ਹੁਣ ਤੁਸੀਂ ਖੁਸ਼ ਹੋ ਗਏ? ਨਲਾਇਕ ਹੀ ਹੈ ਜਿਹੜਾ ਲੋਕ ਵੋਟ ਨਹੀਂ ਪਾਉਂਦੇ, ਹੋਰ ਕੀ ਹੈ? ਆਪ ਚ ਕਹਿੰਦੇ ਸਭ ਤੋਂ ਵੱਡੀ ਜੇ ਕੋਈ ਪੰਥਕ ਪਾਰਟੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ। ਫਿਰ ਹੁਣ ਐਤਕੀ ਦੇਖ ਲਈਏ ਇਸ ਇਲੈਕਸ਼ਨ ਦੇ ਵਿੱਚ ਕਿੱਡੀ ਤਕੜੀ ਹੈਗੀ ਹੈ। ਕਾਗਜ਼ ਭਰਵਾਉਣ ਦੇ ਲਈ ਕਮਲਦੀਪ ਕੌਰ ਰਾਜੋਆਣਾ ਨੂੰ ਤਾਂ ਸੁਖਬੀਰ ਸਿੰਘ ਬਾਦਲ ਨੂੰ ਪ੍ਰੈਸ ਨੇ ਸਵਾਲ ਕੀਤਾ ਕਿ ਤੁਹਾਡੀ ਸਹਿਮਤੀ ਕਿਉਂ ਨਹੀਂ ਬਣ ਸਕੀ ਮਾਨ ਸਾਹਿਬ ਦੇ ਨਾਲ, ਤਾਂ ਉਹ ਕਹਿ ਰਹੇ ਸੀ ਉਹ ਅਸਤੀਫਿਆਂ ਦੀ ਗੱਲ ਤੁਰੀ ਤੇ ਨਾ ਅਸੀਂ ਉਹਨਾਂ ਤੋਂ ਕੋਈ ਅਸਤੀਫਾ ਮੰਗਿਆ ਕਿਸੇ ਗੱਲ ਦਾ ਤੇ ਨਾ ਅਸੀਂ ਦੇਣਾ ਚਾਹੁੰਦੇ ਹਾਂ। ਜੇ ਬੰਦੇ ਨੂੰ ਖੜਾ ਕਰਨਾ ਹੈ, ਬੰਦੀਆਂ ਦੀ ਗੱਲ ਕਰਨੀ ਹੈ, ਤਾਂ ਫਿਰ ਆਪਣੀ ਵੀ ਤਾਂ ਕੁਰਬਾਨੀ ਦੇਣੀ ਪਊਗੀ। ਭੁੱਲਰ ਸਾਹਿਬ ਨੂੰ ਪ੍ਰਧਾਨ ਬਣਾ ਦੀ SGPC ਦਾ, ਧੁੰਮਾ ਸਾਹਿਬ ਦੀ ਜਗ੍ਹਾ ਇਹ ਆਪਾਂ ਦਇਆ ਸਿੰਘ ਲਾਹੌਰੀਆ ਜਿਹੜਾ 25 ਸਾਲ ਜੇਲ੍ਹ 'ਚ ਰਹਿ ਕੇ ਆਏ ਹੈ ਉਹਨੂੰ ਜਥੇਦਾਰ ਬਣਾ ਦਈਏ, ਤੇ ਜਿਹੜੇ ਜੇਲ੍ਹ ਦੇ ਵਿੱਚ ਬੰਦੀ ਹੈਗੇ ਹੈ ਹਵਾੜਾ ਸਾਹਿਬ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦਈਏ। ਇਹ ਪੁੰਨ ਘਰੋਂ ਹੀ ਪਹਿਲਾਂ ਸ਼ੁਰੂ ਹੁੰਦਾ, ਫਿਰ ਜਾ ਕੇ ਦੂਜਿਆਂ ਨੂੰ ਕਹੀਦਾ ਕਿ ਤੁਸੀਂ ਵੀ ਪੁੰਨ ਕਰੋ। ਜਦੋਂ ਆਪ ਤੁਸੀਂ ਕੁਰਬਾਨੀ ਕਰਨ ਨੂੰ ਤਿਆਰ ਨਹੀਂ ਤੇ ਸਿਮਰਨਜੀਤ ਸਿੰਘ ਨੂੰ ਕੁਰਬਾਨੀ ਦਾ ਵੱਖਰਾ ਕਿਉਂ ਬਣਾਉਂਦੇ ਹੋ ਤੁਸੀਂ? SGPC ਦੀਆਂ ਚੋਣਾਂ 11 ਸਾਲ ਹੋ ਗਏ ਹੋ ਨਹੀਂ ਰਹੀਆਂ, ਤਾਂ ਉਹ ਤੁਸੀਂ ਨਿਸ਼ਾਨਾ ਸ਼ੁਰੂ ਤੋਂ ਲਾਇਆ ਕਿ ਉਹ ਸੈਂਟਰ ਗੌਰਮੈਂਟ ਹੈ ਜਿਹੜੀ ਕੇਂਦਰ ਹੈ ਉਹ ਨਹੀਂ ਕਰਵਾਉਣ ਦੇ ਰਹੀ, ਤਾਂ ਹੁਣ ਤਾਂ ਕੇਂਦਰ ਦਾ ਸਿੱਧੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਵੀ ਨਹੀਂ ਹੈ, ਤਾਂ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਸਿੱਧੇ ਤੌਰ ਦੇ ਉੱਤੇ ਫੈਸਲਾ ਲੈ ਸਕਦੀ ਹੈ, ਕਿਉਂ ਨਹੀਂ ਲਿਆ ਜਾ ਰਿਹਾ? ਉਹਨਾਂ ਦੇ ਕੋਲੇ ਬਹੁਤ ਮਾਇਆ ਦੇ ਭੰਡਾਰ ਹੈਗੇ ਆ। ਜਿਵੇਂ ਪਹਿਲੇ ਜ਼ਮਾਨੇ ਦੇ ਵਿੱਚ ਮਸੰਦ ਹੁੰਦੇ ਸੀਗੇ, ਮਹੰਤ ਹੁੰਦੇ ਸੀਗੇ, ਉਹਨਾਂ ਨੇ ਸਾਡੇ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਕੀਤੇ ਹੋਏ ਸੀਗੇ, ਤੇ ਇਸੇ ਤਰ੍ਹਾਂ ਇਹਨਾਂ ਦਾ ਕਬਜ਼ਾ ਹੈਗਾ, ਤੇ ਕਬਜ਼ੇ ਦੇ ਵਿੱਚ ਪੈਸਾ ਬਹੁਤ ਹੈ। ਜਿੰਨੀਆਂ ਵੀ ਇਹਨਾਂ ਦੀਆਂ ਪੋਲੀਟੀਕਲ ਫੰਕਸ਼ਨਸ ਹੁੰਦੇ ਆ ਉਹ SGPC ਕਰਾਉਂਦੀ ਹੈਗੀ ਹੈ। ਹੁਣ ਅਮਿਤ ਸ਼ਾਹ ਜੇ ਉਹਦੇ ਵਿੱਚ ਕੋਈ ਵੀ ਮਨੁੱਖਤਾ ਹੁੰਦੀ, ਤਹਿਜੀਬ ਹੁੰਦੀ, ਉਹਨੂੰ ਇੱਥੇ ਨਹੀਂ ਸੀ ਆਉਣਾ ਚਾਹੀਦਾ ਮੂਸੇ ਇਹਨਾਂ ਦੇ ਮਾਈ ਬਾਪ ਨੂੰ ਮਿਲਣ ਦੇ ਲਈ। ਇਹ ਜਿਹੜਾ ਕੁਛ ਕੀਤਾ ਹੈ ਤੇ ਜਿਹੜਾ ਅਮਿਤ ਸ਼ਾਹ ਨੇ ਕੀਤਾ ਹੈ, ਇਹ ਬਹੁਤ ਕਮੀਨੀ ਗੱਲ ਕੀਤੀ ਹੈ ਕਿ ਅਜੇ ਤੱਕ ਤਾਂ ਆਪਣੇ ਮੂਸੇਵਾਲ ਸਾਹਿਬ ਦਾ ਅੰਗੀਠਾ ਹੀ ਨਹੀਂ ਠੰਡਾ ਹੋਇਆ, ਤੇ ਉਹਨਾਂ ਦੇ ਮਾਈ ਬਾਪ ਨੂੰ ਫੜ ਕੇ ਤੇ ਚੰਡੀਗੜ੍ਹ ਅਮਿਤ ਸ਼ਾਹ ਦੇ ਕੋਲੇ ਲੈ ਕੇ ਗਏ ਹੈ। ਕਿੰਨੀ ਕਮੀਨੀ ਗੱਲ ਹੈ। ਮੂਸੇਵਾਲਾ ਸਾਹਿਬ ਦੀ ਤੁਹਾਡੇ ਨਾਲ ਵੀ ਗੱਲਬਾਤ ਹੋਈ, ਕਦੇ ਮਿਲੇ ਹੋ ਜਾਂ ਫੋਨ ਤੇ ਹੋਈ? ਆਖਰੀ ਸ਼ਬਦ ਜਦੋਂ ਤੁਹਾਡੇ ਨਾਲ ਗੱਲ ਹੋਈ ਕਿ ਯਾਦ ਹੋਣ, ਉਹ ਕੀ ਕਹਿ ਗਏ ਸੀ ਤੁਹਾਨੂੰ, ਕੀ ਚਾਹੁੰਦੇ ਸੀ ਉਹ? ਬਾਪੂ ਤੂੰ ਫਿਰ ਕਦੋਂ ਆਏਂਗਾ? ਮੈਂ ਕਿਹਾ ਮੈਂ ਛੇਤੀ ਆ ਜੂੰਗਾ। ਅਗਲੇ ਦਿਨ ਤਾਂ ਉਹਨਾਂ ਨੂੰ ਇਹ ਮਾਰ ਦਿੱਤਾ ਗਿਆ, ਤੇ ਜਦੋਂ ਮੈਂ ਉੱਥੇ ਗਿਆ ਤੇ ਮੈਂ ਕਿਹਾ ਮੈਂ ਤਾਂ ਤੇਰੇ ਘਰ ਆ ਗਿਆ, ਪਰ ਤੂੰ ਤਾਂ ਇੱਥੇ ਅੱਜ ਹੈ ਨਹੀਂ ਗਾ। ਬਾਪੂ ਤਾਂ ਆ ਗਿਆ ਤੇਰਾ, ਕਾਰ 'ਚ ਬੈਠਾ ਰਿਹਾ। ਉੱਥੇ ਵੀ ਮੈਂ ਕਿੰਨਾ ਚਿਰ 2-3 ਘੰਟੇ ਉਡੀਕਦਾ ਰਿਹਾ, ਜਿੰਨਾ ਚਿਰ ਉਹਨਾਂ ਦੇ ਉਹ ਲੈ ਕੇ ਨਹੀਂ ਆਏ ਉਹਨਾਂ ਦੀ ਬੋਡੀ। ਤੇ ਉੱਥੇ ਵੀ ਮੈਂ ਕਿਹਾ ਤੇਰਾ ਬਾਪੂ ਤਾਂ ਟਾਹਲੀ ਥੱਲੇ ਬੈਠਾ ਤੇ ਤੂੰ ਤਾਂ ਹੁਣ ਇਹ ਕਿਹੜੇ ਰੂਪ ਦੇ ਵਿੱਚ ਆ ਰਿਹਾ? ਭਾਰਤੀ ਪਾਰਲੀਮੈਂਟ ਸਿਸਟਮ ਦੇ ਅੰਦਰ ਬਹੁਤ ਸਾਰੀਆਂ ਦਿਲਚਸਪ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ, ਪਰ ਇਸ ਵਾਰ ਜਦੋਂ ਗੱਲ ਪੰਜਾਬ ਦੀ ਹੋ ਰਹੀ ਹੈ, ਪੰਜਾਬ ਦੇ ਅੰਦਰ ਇੱਕ ਸੀਟ ਦੇ ਉੱਤੇ ਚੋਣ ਹੋਣ ਜਾ ਰਹੀ ਹੈ, ਜ਼ਿਮਨੀ ਚੋਣ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਥੋਂ ਹੀ 2 ਵਾਰ ਲਗਾਤਾਰ MP ਚੁਣੇ ਜਾਂਦੇ ਨੇ, ਔਰ ਉਹਨਾਂ ਦੀ ਥਾਂ ਦੇ ਉੱਤੇ ਸੀਟ ਜਦੋਂ ਖਾਲੀ ਹੁੰਦੀ ਹੈ ਤਾਂ ਹੁਣ ਚੋਣ ਦਾ ਮੈਦਾਨ ਸੰਗਰੂਰ ਦੇ ਵਿੱਚ ਮੁੜ ਤੋਂ ਭਖਣ ਲੱਗਾ। ਪਰ ਚੋਣਾਂ ਦੇ ਨਾਲ ਨਾਲ ਹੋਰ ਕਿਹੜੀਆਂ ਗੱਲਾਂ ਨੇ ਜੋ ਪੰਜਾਬ ਨੂੰ ਧਿਆਨ ਵਿੱਚ ਰੱਖ ਕੇ ਲਾਜ਼ਮੀ ਤੌਰ ਤੇ ਹੋਣੀਆਂ ਚਾਹੀਦੀਆਂ ਨੇ? ਇਹ ਸਾਰੀਆਂ ਗੱਲਾਂ ਅਸੀਂ ਕਰਾਂਗੇ, ਔਰ ਸਾਡੇ ਨਾਲ ਇਹਨਾਂ ਅਹਿਮ ਗੱਲਾਂ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਮਹਿਮਾਨ ਵਜੋਂ ਸਾਡੇ ਨਾਲ ਹਾਜ਼ਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਕਹਿ ਸਕਦੇ ਹਾਂ, ਪ੍ਰਧਾਨ ਨੇ, ਔਰ ਸਾਬਕਾ ਪਾਰਲੀਮੈਂਟ ਮੈਂਬਰ ਨੇ। ਪਾਰਲੀਮੈਂਟ ਦੇ ਵਿੱਚ ਤਕਰੀਰਾਂ ਵੀ ਇਹਨਾਂ ਨੇ ਕੀਤੀਆਂ ਨੇ, ਪਰ ਉੱਥੋਂ ਪਾਰਲੀਮੈਂਟ ਤੋਂ ਆਪਣੇ ਚੁਣੇ ਹੋਏ ਨੁਮਾਇੰਦੇ ਦੇ ਤੌਰ ਤੇ ਵੀ ਵਾਪਸ ਆ ਜਾਂਦੇ ਨੇ, ਜੇਲ੍ਹਾਂ ਵੀ ਕੱਟੀਆਂ ਨੇ। ਉਹਨਾਂ ਦਾ ਸਾਰੇ ਉਹਨਾਂ ਨੂੰ ਜਾਣਦੇ ਨੇ, ਔਰ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ, ਔਰ ਉਹਨਾਂ ਦਾ ਮਕਸਦ ਕੀ ਹੈ ਉਹ ਸਾਫ਼ ਸਪਸ਼ਟ ਤੌਰ ਦੇ ਉੱਤੇ ਜਿੱਥੇ ਮਨਾਹੀ ਵੀ ਹੁੰਦੀ ਹੈ ਉੱਥੇ ਵੀ ਬੋਲਦੇ ਨੇ।
ਤੇ ਸਾਡੇ ਨਾਲ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ। ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਾਰੇ ਮੁੱਦਿਆਂ ਦੇ ਉੱਤੇ ਕਿ ਆਖਰਕਾਰ ਪੰਜਾਬ ਦੀ ਜਿਹੜੀ ਸਥਿਤੀ ਹੈ, ਹਾਲਾਤ ਹੈ, ਇੱਥੋਂ ਤੱਕ ਕਿਵੇਂ ਪੁੱਜੇ ਔਰ ਪੁੱਜਣੇ ਕਿਹੜੇ ਪਾਸੇ ਚਾਹੀਦੇ ਸੀ, ਦਿਸ਼ਾ ਕਿਹੜੀ ਚਾਹੀਦੀ ਹੈ। ਮਾਨ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਤੁਸੀਂ ਆਏ ਹੋ ਜੀ। ਤੇ ਪੰਜਾਬ ਦੇ ਹਾਲਾਤ ਹੈਗੇ ਆ ਕਿ ਇਹ ਇੰਡੀਆ ਦੀ ਕਸ਼ਮੀਰ ਵਰਗਨ ਮਾਈਨੋਰਿਟੀ ਸਟੇਟ ਹੈ ਤੇ ਇਸ ਦੇ ਉੱਤੇ ਹਿੰਦੂਤਵਾ ਦਾ ਪ੍ਰਭਾਵ ਬਹੁਤ ਜ਼ਿਆਦਾ ਚੜ੍ਹਿਆ ਹੋਇਆ ਹੈ। ਸਾਡਾ ਜਿਹੜਾ ਕਲਚਰ ਹੈ, ਸਾਡਾ ਜਿਹੜਾ ਮਜ਼ਹਬ ਹੈ, ਜਿਹੜੀ ਸਾਡੀ ਜ਼ਬਾਨ ਹੈ, ਇਸ ਨੂੰ ਹਿੰਦੂਤਵਾ ਤੇ ਸੈਂਟਰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਔਰ ਸਾਡੇ ਦਰਬਾਰ ਸਾਹਿਬ ਦੇ ਉੱਤੇ ਵੀ ਫੌਜ ਦੇ ਹਮਲੇ 1984 6 ਜੂਨ ਨੂੰ ਇੰਦਰਾ ਗਾਂਧੀ ਨੇ ਤੇ ਬਾਕੀ ਦੀਆਂ ਜਿਹੜੀਆਂ ਇੰਡੀਅਨ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਨੇ ਮਿਲ ਕੇ ਇਹ ਹਮਲੇ ਕਰਾਏ ਸੀ। ਪਰ ਤੁਸੀਂ ਪ੍ਰੈਸ ਦੇ ਵਿੱਚੋਂ ਹੈਗੇ ਹੋ ਤੇ ਤੁਹਾਡੀ ਜਾਣਕਾਰੀ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਪ੍ਰੈਸ ਨੇ ਵੀ ਇੰਦਰਾ ਗਾਂਧੀ ਦੇ ਉੱਤੇ ਬਹੁਤ ਜ਼ੋਰ ਪਾਇਆ ਕਿ ਸਟੇਟਲੈਸ ਸਿੱਖਸ ਦੇ ਉੱਤੇ ਮਿਲਟਰੀ ਐਕਸ਼ਨ ਕੀਤਾ ਜਾਵੇ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਜੇ ਮਿਨੋਰਿਟੀ ਸਟੇਟ ਹੈ, ਸਾਡੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਮਜ਼ਹਬ ਦੇ ਤੌਰ ਤੇ ਵੀ ਹੋ ਰਿਹਾ ਹੈ। ਕਿਉਂ ਕਰਕੇ ਬਰਗਾੜੀ ਦੇ ਵਿੱਚ 2015 ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਤੀਆਂ ਸੀਗੀਆਂ। 2 ਸਿੱਖ ਪੁਲਿਸ ਨੇ ਸ਼ਹੀਦ ਕਰਤੇ ਸੀ। ਪਰ ਉਸ ਤੋਂ ਬਾਅਦ ਬਾਦਲ ਦੀ ਸਰਕਾਰ ਵੀ ਆਈ ਰਹੀ, ਫਿਰ ਕੈਪਟਨ ਸਾਹਿਬ ਦੀ ਵੀ ਆਈ ਰਹੀ, ਹੁਣ ਆਮ ਆਦਮੀ ਪਾਰਟੀ ਦੀ ਆਈ ਹੈ, ਪਰ ਉਹਦੇ ਤੇ ਕੋਈ ਐਕਸ਼ਨ ਨਹੀਂ ਹੋ ਰਿਹਾ। ਆਰੀਆ ਨੇ ਬੁੱਧ ਧਰਮ ਹਿੰਦੁਸਤਾਨ ਤੋਂ ਬਾਹਰ ਕੱਢਤਾ ਸੀਗਾ ਤੇ ਜੈਨ ਧਰਮ ਨੂੰ ਇੰਨਾ ਦਬਾਤਾ ਸੀਗਾ ਕਿ ਜੈਨੀਆਂ ਨੇ ਕੰਪਰੋਮਾਈਜ਼ ਕੀਤਾ ਹਿੰਦੂ ਧਰਮ ਦੇ ਨਾਲ ਕਿ ਅਸੀਂ ਹਿੰਦੂਆਂ ਦੇ ਬੁੱਤ ਤੇ ਇਹਨਾਂ ਦੇ ਜਿੰਨੇ ਵੀ ਚੀਜ਼ਾਂ ਹੈਗੀਆਂ ਆਪਣੇ ਮੰਦਿਰਾਂ ਦੇ ਵਿੱਚ ਰੱਖਾਂਗੇ। ਤੇ 1947 ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਹ ਪੰਜਾਬ ਦੀ ਵੰਡ ਨਹੀਂ ਸੀ ਹੋਣ ਦੇਣੀ ਚਾਹੀਦੀ, ਕਿਉਂ ਕਰਕੇ ਸਿੱਖਾਂ ਦੀ ਇਕਨੋਮਿਕ ਇਲਾਕੇ ਸੀਗੇ। ਪਰ ਗਾਂਧੀ ਤੇ ਨਹਿਰੂ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ, ਨਾ ਜਿਨ੍ਹਾਂ ਨੇ ਕੀਤਾ ਨਾ ਅੰਗਰੇਜ਼ਾਂ ਨੇ ਕੀਤਾ ਹੈਗਾ। ਤੇ ਮੇਰਾ ਮਤਲਬ ਕਹਿਣ ਦਾ ਕਿ ਜਦੋਂ ਪਾਰਟੀਸ਼ਨ 1947 ਦੇ ਵਿੱਚ ਹੋਈ ਹੈ, ਸਿੱਖਾਂ ਨੂੰ ਪੁੱਛਿਆ ਹੀ ਨਹੀਂ ਗਿਆ ਕਿ ਫਿਰ ਜਿਹੜਾ ਇਹ ਸਾਡੇ ਕਾਨੂੰਨ ਅੰਗਰੇਜ਼ਾਂ ਨੇ ਬਣਾਏ ਸੀਗੇ, ਜਿਵੇਂ ਸਿੱਖ ਮੈਰਿਜ ਐਕਟ ਹੈ, ਉਹ 1947 ਤੋਂ ਬਾਅਦ ਉਸ ਨੂੰ ਅੱਗੇ ਇੰਡੀਆ ਦਾ ਕਾਨੂੰਨ ਨਹੀਂ ਬਣਾਇਆ, ਜਦ ਕਿ ਸਾਰੇ ਅੰਗਰੇਜ਼ਾਂ ਦੇ ਕਾਨੂੰਨ IPS, IPC, CRP, ਆਰਮਜ਼ ਐਕਟ, ਸਾਰੇ ਕਾਨੂੰਨ ਅੱਗੇ ਲੈ ਆਉਂਦੇ, ਹੁਣ ਸਾਡੇ ਉੱਤੇ ਲਾਗੂ ਹੁੰਦੇ ਹੈ। ਪਰ ਸਿੱਖ ਮੈਰਿਜ ਐਕਟ ਤਾਂ ਨਹੀਂ ਲਾਗੂ ਹੁੰਦਾ ਕਿਉਂ ਕਰਕੇ ਆਰਟੀਕਲ 25 ਦੇ ਵਿੱਚ ਕੌਨਸਟੀਟਿਊਸ਼ਨ 'ਚ ਲਿਖਿਆ ਹੈ ਕਿ ਸਿੱਖਸ ਆਰ ਅ ਪਾਰਟ ਆਫ ਦ ਹਿੰਦੂ ਰਿਲੀਜਨ, ਕਿ ਸਿੱਖ ਹਿੰਦੂ ਮਜ਼ਹਬ ਦਾ ਇੱਕ ਹਿੱਸਾ ਹੈ। ਤੇ ਜੇ ਹਿੱਸਾ ਹੈ ਤੇ ਇਹਨਾਂ ਦਾ ਜਿਹੜਾ ਮੈਰਿਜ ਐਕਟ ਹੈ, ਇਹ ਫਿਰ ਇੱਥੇ ਇੰਡੀਆ ਦੇ ਵਿੱਚ ਹੁਣ ਕਿਉਂ ਲਾਗੂ ਹੋਊਗਾ? ਕਿਉਂ ਕਰਕੇ ਤਾਂ ਹਿੰਦੂਆਂ ਦੀ ਰੀਤ ਦੇ ਨਾਲ ਇਹਨਾਂ ਦੇ ਵਿਆਹ ਕਰਦੇ ਹੈ ਤੇ ਇਹਨਾਂ ਨੂੰ ਹਿੰਦੂ ਕਹਿੰਦੇ ਆ। ਸੋ ਕਾਨੂੰਨੀ ਘੁੰਡੀਆਂ ਦੇ ਵਿੱਚ ਤੇ ਐ ਨਹੀਂ ਕਿ ਮੈਂ ਇਸ ਤਰ੍ਹਾਂ ਹੀ ਗੱਲ ਕਰ ਰਿਹਾ ਜਜ਼ਬਾਤੀ ਹੋ ਕੇ, ਮੈਂ ਤੁਹਾਨੂੰ ਫੈਕਟਸ ਐਂਡ ਫਿਗਰਸ ਦੇ ਨਾਲ ਗੱਲ ਕਰ ਰਿਹਾ, ਕਨਸਟੀਟਿਊਸ਼ਨਲੀ ਗੱਲ ਕਰ ਰਿਹਾ, ਲੀਗਲੀ ਗੱਲ ਕਰ ਲਿਆ, ਇੰਟਰਨੈਸ਼ਨਲੀ ਗੱਲ ਕਰ ਰਿਹਾ। ਸਵਾਲ ਜਾਂ ਇਹ ਜਿਹੜਾ ਸਵਾਲ ਤੁਹਾਡੀ ਗੱਲ ਦੇ ਵਿੱਚੋਂ ਪੈਦਾ ਇਸ ਕਰਕੇ ਹੋਇਆ, ਤੁਹਾਡੀ ਸਿਆਸਤ ਦੇ ਉੱਤੇ ਸਵਾਲ ਤੁਹਾਡੇ ਆਪਣੇ ਵੀ ਕਈ ਵਾਰੀ ਚੁੱਕ ਲੈਂਦੇ ਆ, ਖਾਸ ਕਰਕੇ ਜਿਨ੍ਹਾਂ ਨਾਲ ਤੁਹਾਡੀ ਹੁਣੇ ਤਾਜ਼ਾ ਮੁਲਾਕਾਤ ਹੋਈ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਹੋਰ ਵੀ ਬਹੁਤ ਸਾਰੀਆਂ ਤਮਾਮ ਪਾਰਟੀਆਂ ਨੇ, ਚਾਹੇ ਕਾਂਗਰਸ ਦੀ ਗੱਲ ਕਰੀਏ, ਤਾਂ ਉਹ ਇਹ ਕਹਿ ਦਿੰਦੇ ਆ ਕਿ ਇਹਨਾਂ ਦਾ ਕੰਮ ਹੀ ਇਸ ਤਰੀਕੇ ਨਾਲ ਬੋਲਣਾ ਹੈ। ਮੇਰਾ ਸਵਾਲ ਤਾਂ ਸੀ, ਤੁਸੀਂ ਫੈਕਟ ਦੇ ਨਾਲ ਇਹ ਸਾਰੀਆਂ ਗੱਲਾਂ ਰੱਖੀਆਂ, ਤਾਂ ਹੁਣ ਜੇ ਤਾਜ਼ਾ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ, ਸੰਗਰੂਰ ਵਿੱਚ ਫਿਰ ਤੁਸੀਂ ਚੋਣ ਮੈਦਾਨ ਵਿੱਚ ਨਿੱਤਰਨ ਜਾ ਰਹੇ ਹੋ, ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜਦੋਂ ਤੁਹਾਡੀ ਮੁਲਾਕਾਤ ਹੋਈ, ਉਹ ਚਾਹੁੰਦੇ ਸੀ ਕਿ ਸਾਂਝੀ ਇੱਕ ਪੰਥਕ ਰਾਏ ਬਣਨੀ ਚਾਹੀਦੀ ਹੈ, ਇੱਕ ਉਮੀਦਵਾਰ ਦਿੱਤਾ ਜਾਣਾ ਚਾਹੀਦਾ, ਤਾਂ ਅਸੀਂ ਤੁਹਾਡੇ ਤੋਂ ਹੀ ਜਾਣਨਾ ਚਾਹੁੰਦੇ ਹਾਂ ਕਿ ਉਹ ਸਾਂਝੀ ਰਾਏ ਹੈ ਜਿਹੜੀ ਉਹ ਨਹੀਂ ਸਿਰੇ ਕਿਉਂ ਨਹੀਂ ਚੜ੍ਹ ਸਕੀ? ਉਹ ਕਹਿੰਦੇ ਸੀਗੇ ਕਿ ਬੰਦੀਆਂ ਨੂੰ ਆਪਾਂ ਨੇ ਕੈਂਡੀਡੇਟ ਬਣਾਉਣਾ ਤੇ
ਮੈਂ ਕਿਹਾ ਕਿ ਜੇ ਬੰਦੀਆਂ ਨੂੰ ਬਣਾਉਣਾ ਹੈ, ਸਾਡਾ 336 ਦਿਨ ਮੋਰਚਾ ਬਰਗਾੜੀ ਦੇ ਵਿੱਚ ਚੱਲ ਰਿਹਾ ਹੈ ਕਿ ਬੰਦੀਆਂ ਨੂੰ ਛੱਡਣਾ ਹੈ ਤੇ ਜਿਹੜੀ ਬਰਗਾੜੀ ਦੇ ਵਿੱਚ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਹੈ, ਉਹਨਾਂ ਦੇ ਮੁਲਜ਼ਮਾਂ ਨੂੰ ਫੜਨਾ ਹੈਗਾ। ਤੇ ਅਸੀਂ ਤਾਂ ਬੰਦੀਆਂ ਦੇ ਹੱਕ ਦੇ ਵਿੱਚ ਵੀ ਹੈ ਤੇ ਮੈਂ ਵੀ 5 ਸਾਲ ਸੈਂਟਰ ਸਰਕਾਰ ਦਾ ਬੰਦੀ ਰਿਹਾ ਤੇ 3 ਸਾਲ ਬੇਅੰਤ ਸਿੰਘ ਦੀ ਸਰਕਾਰ ਦਾ, ਫਿਰ ਤੁਹਾਡੀ ਬਾਦਲ ਦਲ ਦੀ ਸਰਕਾਰ ਦਾ, ਫਿਰ ਕਾਂਗਰਸ ਸਰਕਾਰ ਦਾ 3 ਸਾਲ ਮੈਂ ਬੰਦੀ ਰਿਹਾ। ਤੇ ਮੇਰੇ ਵਿੱਚ ਕੀ ਕਸੂਰ ਹੈ? ਜੇ ਤੁਸੀਂ ਬੰਦੀਆਂ ਦੀ ਗੱਲ ਕਰਦੇ ਹੋ ਤੇ ਫਿਰ ਆਪਾਂ ਜਿਹੜਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਹੈ, ਉਹ ਫਿਰ ਆਪਾਂ ਹਵਾੜਾ ਸਾਹਿਬ ਨੂੰ ਬਣਾ ਦਈਏ ਤੇ ਜਿਹੜਾ ਦਮਦਮੀ ਟਕਸਾਲ ਦਾ ਮੁਖੀ ਹੈ ਧੁੰਮਾ ਸਾਹਿਬ, ਉਹਦੀ ਥਾਂ ਆਪਾਂ ਲਾਹੌਰੀਆ ਸਾਹਿਬ, ਦਇਆ ਸਿੰਘ ਲਾਹੌਰੀਆ, ਜਿਹੜਾ 25 ਸਾਲ ਕੈਦ ਕੱਟ ਕੇ ਆਇਆ, ਉਹਨੂੰ ਬਣਾ ਦਈਏ ਤੇ SGPC ਦਾ ਪ੍ਰਧਾਨ ਆਪਾਂ ਭੁੱਲਰ ਸਾਹਿਬ, ਜਿਹੜੇ ਅਜੇ ਵੀ ਜੇਲ੍ਹ ਦੇ ਵਿੱਚ ਹੈਗੇ ਆ, ਉਹਨਾਂ ਨੂੰ ਬਣਾ ਦਈਏ ਤੇ ਤੁਹਾਡੀ ਥਾਂ ਇਹ ਬਾਦਲ ਸਾਹਿਬ ਪ੍ਰੈਜ਼ੀਡੈਂਟ ਹੈਗੇ, ਤੁਹਾਡੀ ਥਾਂ ਜਿਹੜਾ ਨਵਾਂ MLA ਉੱਭਰੇ ਹੈ, ਉਹਨਾਂ ਦੇ ਵਿੱਚ ਆਲੀ ਸਾਹਿਬ ਨੂੰ ਬਣਾ ਦਈਏ। ਤੇ ਜੇ ਬੰਦੀਆਂ ਦੀ ਗੱਲ ਕਰਦੇ ਹੋ, ਮੈਂ ਕਿਹਾ ਚੈਰਿਟੀ ਬਿਗਿਨਸ ਐਟ ਹੋਮ। ਉਹਦਾ ਮਤਲਬ ਹੈ ਅੰਗਰੇਜ਼ੀ ਦਾ ਕਿ ਜਿਹੜੇ ਪੁੰਨ ਹੁੰਦੇ ਹੈ ਉਹ ਘਰ ਤੋਂ ਸ਼ੁਰੂ ਹੁੰਦੇ ਆ, ਫਿਰ ਲੋਕਾਂ ਨੂੰ ਕਹੀਦੇ ਆ ਕਿ ਤੁਸੀਂ ਵੀ ਪੁੰਨ ਕਰੋ। ਤੁਹਾਡੀ ਇਹਨਾਂ ਸਲਾਹ ਦਾ ਜਵਾਬ ਕੀ ਆਇਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ? ਉਹਨਾਂ ਨੇ ਕਿਹਾ ਕਿ ਨਹੀਂ ਜੀ, ਅਸੀਂ ਤਾਂ ਇਹ ਆਪਣਾ ਬੰਦੀ ਇਹ ਕਰਨਾ। ਹੁਣ ਉਹਨਾਂ ਨੇ ਪੇਸ਼ ਕੀਤਾ ਹੈ ਰਾਜੋਆਣਾ ਸਾਹਿਬ ਦੇ, ਜਿਹੜੇ ਕਹਿੰਦੇ ਆ ਭੈਣ ਹੈ, ਤੇ ਉਹਨਾਂ ਦੀ ਭੈਣ ਨੂੰ ਕੋਈ ਤਜਰਬਾ ਤਾਂ ਹੈ ਨਹੀਂ ਬੰਦੀਆਂ ਦਾ, ਨਾ ਉਹ ਬੰਦੀ ਰਹੇ ਹੈ ਤੇ ਨਾ ਉਹ ਸਕੇ ਭੈਣ ਜੀ ਹੈਗੇ ਆ ਰਾਜੋਆਣੇ ਸਾਹਿਬ ਦੇ। ਉਹ ਤਾਂ ਇੱਥੇ ਆਏ ਸੀਗੇ ਕਿ ਸਾਂਝਾ ਬੰਦੀ ਕੈਂਡੀਡੇਟ ਬਣਾਉਣ ਨੂੰ, ਮੈਨੂੰ ਹਟਾਉਣ ਦੇ ਲਈ ਆਪਣਾ ਕੈਂਡੀਡੇਟ ਉਹ ਖੜਾ ਕਰਨਾ ਚਾਹੁੰਦੇ ਸੀਗੇ, ਜਿਹਦੇ 'ਚ ਮੈਂ ਕਿਹਾ ਮੇਰੀ ਪਾਰਟੀ ਦਾ ਇਹ ਹੁਕਮ ਹੈ, ਮੇਰੇ ਬਗੈਰ ਪੁੱਛੇ ਉਹਨਾਂ ਨੇ ਨਾਂ ਦੇਤਾ ਮੇਰਾ ਤੇ ਮੈਂ ਕੈਂਡੀਡੇਟ ਹੈਗਾ, ਮੈਂ ਹਟ ਨਹੀਂ ਸਕਦਾ ਹੈਗਾ। ਗੱਲ ਤਾਂ ਇਹੀ ਹੋਈ। ਮੈਂ ਕਿਹਾ ਜੇ ਬੰਦੀਆਂ ਦੀ ਗੱਲ ਕਰਦੇ ਹੋ ਤੇ ਫਿਰ ਬੰਦੀਆਂ ਨੂੰ ਫਿਰ ਆਪਾਂ ਆਪਣੀਆਂ ਗੱਦੀਆਂ ਛੱਡ ਕੇ ਉੱਥੇ ਬਿਠਾਈਏ। ਜਿਹੜੀ ਅਸੀਂ ਆਪ ਚੋਣ ਕਰ ਸਕਦੇ ਹਾਂ, ਘੱਟੋ ਘੱਟ ਉਸ ਥਾਵਾਂ ਦੇ ਉੱਤੇ ਤਾਂ ਲਾਇਆ ਜਾ ਸਕਦਾ। ਹਾਂ, ਉੱਥੇ ਲਾ ਸਕਦਾ ਹੈ। ਤੁਹਾਡੀ ਜਗ੍ਹਾ ਇਹ MLA ਆਲੀ ਸਾਹਿਬ ਆ ਸਕਦਾ ਹੈ, ਫਿਰ ਇਹ ਭੁੱਲਰ ਸਾਹਿਬ ਉਹ SGPC ਦੇ ਪ੍ਰਧਾਨ ਬਣ ਸਕਦੇ ਆ। ਬਾਬੇ ਧੁੰਮੇ ਦੀ ਜਗ੍ਹਾ। ਜਦੋਂ ਤੁਸੀਂ ਇਹ ਸਾਰੀਆਂ ਦਲੀਲਾਂ ਉਹਨਾਂ ਸਾਹਮਣੇ ਫੇਸ ਟੂ ਫੇਸ ਰੱਖ ਰਹੇ ਸੀ ਤਾਂ ਉਹਨਾਂ ਦੇ ਹਾਵ ਭਾਵ ਕੀ ਸੀ, ਜਾਂ ਜ਼ੁਬਾਨ ਦੇ ਵਿੱਚੋਂ ਕੋਈ ਸ਼ਬਦ ਨਿਕਲੇ ਹੋਣ ਜਿਹੜੇ ਉਹਨਾਂ ਨੇ ਹਾਮੀ ਭਰੀ ਜਾਂ ਨਾ ਕੀਤੀ? ਕੀ ਸੀ ਉਹ ਸ਼ਬਦ? ਫਿਰ ਇਹ ਸਾਰੇ ਦਲੀਲ ਦੀ ਗੱਲਾਂ ਸੀਗੀਆਂ। ਉਹਨਾਂ ਦੇ ਨਾਲ ਵਕੀਲ ਵੀ ਸੀਗੇ SGPC ਦੇ ਪ੍ਰਧਾਨ, ਉਹ ਇੱਥੇ ਖੜੇ ਹੋ ਗਏ ਕਿ ਮੈਂ ਵਕੀਲ ਆ, ਮੈਂ ਖੜਾ ਹੋ ਕੇ ਬੋਲੂੰਗਾ। ਮੈਂ ਕਿਹਾ ਨਹੀਂ ਪ੍ਰਧਾਨ ਸਾਹਿਬ ਤੁਸੀਂ ਬੈਠੋ। ਫਿਰ ਉੱਥੇ ਬਿਠਾਇਆ, ਫਿਰ ਉਹਨਾਂ ਨੇ ਮੈਨੂੰ ਦਲੀਲ ਦਿੱਤੀ, ਪਰ ਮੈਂ ਕਿਹਾ ਕਿ ਮੇਰੇ 'ਚ ਕੀ ਨੁਕਸ ਹੈਗਾ ਜਿਹੜਾ ਮੈਨੂੰ ਨਹੀਂ ਤੁਸੀਂ ਚਾਹੁੰਦੇ ਹੈਗੇ। ਸੋ ਮੈਂ ਸਾਰੀਆਂ ਗੱਲਾਂ ਦੱਸੀਆਂ ਕਿ ਜੇ ਤੁਸੀਂ ਬੰਦੀਆਂ ਦੀ ਗੱਲ ਕਰਨੀ ਹੈ ਤਾਂ ਫਿਰ ਆਪਾਂ ਸਾਰੇ ਜਾਣੇ ਆਪਣੀਆਂ ਸੀਟਾਂ ਛੱਡੀਏ। ਮੈਂ ਵੀ ਆਪਣੀ ਸੀਟ ਨਹੀਂ ਲੜਦਾ, ਪਰ ਤੁਸੀਂ ਵੀ ਤਾਂ ਫਿਰ ਕੁਰਬਾਨੀ ਕਰੋ ਥੋੜ੍ਹੀ ਬਹੁਤੀ, ਹੈ ਨਾ। ਪਰ ਉਹ ਅੱਜ ਆਏ ਜਦੋਂ ਕਾਗਜ਼ ਭਰਵਾਉਣ ਦੇ ਲਈ ਕਮਲਦੀਪ ਕੌਰ ਰਾਜੋਆਣਾ ਨੂੰ, ਤਾਂ ਸੁਖਬੀਰ ਸਿੰਘ ਬਾਦਲ ਨੂੰ ਪ੍ਰੈਸ ਨੇ ਸਵਾਲ ਕੀਤਾ ਕਿ ਤੁਹਾਡੀ ਸਹਿਮਤੀ ਕਿਉਂ ਨਹੀਂ ਬਣ ਸਕੀ ਮਾਨ ਸਾਹਿਬ ਦੇ ਨਾਲ, ਤਾਂ ਉਹ ਕਹਿ ਰਹੇ ਸੀ ਉਹ ਅਸਤੀਫਿਆਂ ਦੀ ਗੱਲ ਤੁਰੀ ਤੇ ਨਾ ਅਸੀਂ ਉਹਨਾਂ ਤੋਂ ਕੋਈ ਅਸਤੀਫਾ ਮੰਗਿਆ ਕਿਸੇ ਗੱਲ ਦਾ, ਤੇ ਨਾ ਅਸੀਂ ਦੇਣਾ ਚਾਹੁੰਦੇ ਹਾਂ। ਇਸ ਤਰ੍ਹਾਂ ਦੀਆਂ ਗੱਲਾਂ। ਹਾਂ, ਫਿਰ ਜੇ ਬੰਦੀ ਨੂੰ ਖੜਾ ਕਰਨਾ ਹੈ, ਬੰਦੀਆਂ ਦੀ ਗੱਲ ਕਰਨੀ ਹੈ, ਤਾਂ ਫਿਰ ਆਪਣੀ ਵੀ ਤਾਂ ਕੁਰਬਾਨੀ ਦੇਣੀ ਪਊਗੀ। ਕਿਉਂ ਕਰਕੇ ਸਾਰਾ ਕੁਝ ਪਾਰਲੀਮੈਂਟ ਦੇ ਇਲੈਕਸ਼ਨਸ 11 ਸਾਲ ਤੋਂ ਨਹੀਂ ਹੋ ਰਹੇ SGPC ਦੇ, ਇਹ ਲੇਮ ਡਕ ਪਾਰਲੀਮੈਂਟ ਹੈ। ਤੇ ਜੇ ਆਪਾਂ ਭੁੱਲਰ ਸਾਹਿਬ ਨੂੰ ਪ੍ਰਧਾਨ ਬਣਾ ਦਈਏ SGPC ਦਾ, ਧੁੰਮਾ ਸਾਹਿਬ ਦੀ ਜਗ੍ਹਾ ਇਹ ਆਪਾਂ ਦਇਆ ਸਿੰਘ ਲਾਹੌਰੀਆ, ਜਿਹੜਾ 25 ਸਾਲ ਜੇਲ੍ਹ 'ਚ ਰਹਿ ਕੇ ਆਏ ਹੈ, ਉਹਨੂੰ ਜਥੇਦਾਰ ਬਣਾ ਦਈਏ। ਤੇ ਜਿਹੜੇ ਜੇਲ੍ਹ ਦੇ ਵਿੱਚ ਬੰਦੀ ਹੈਗੇ ਹੈ ਹਵਾੜਾ ਸਾਹਿਬ, ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦਈਏ। ਫਿਰ ਡੋਂਟ ਯੂ ਥਿੰਕ ਚੈਰਿਟੀ ਬਿਗਿਨਸ ਐਟ ਹੋਮ, ਕਿ ਇਹ ਪੁੰਨ ਘਰੋਂ ਹੀ ਪਹਿਲਾਂ ਸ਼ੁਰੂ ਹੁੰਦਾ, ਫਿਰ ਜਾ ਕੇ ਦੂਜਿਆਂ ਨੂੰ ਕਹੀਦਾ ਕਿ ਤੁਸੀਂ ਵੀ ਪੁੰਨ ਕਰੋ। ਜਦੋਂ ਆਪ ਤੁਸੀਂ ਕੁਰਬਾਨੀ ਕਰਨ ਨੂੰ ਤਿਆਰ ਨਹੀਂ, ਤੇ ਸਿਮਰਨਜੀਤ ਸਿੰਘ ਨੂੰ ਕੁਰਬਾਨੀ ਦਾ ਵੱਖਰਾ ਕਿਉਂ ਬਣਾਉਂਦੇ ਹੋ ਤੁਸੀਂ?
ਜਿਵੇਂ ਤੁਸੀਂ ਸ਼ੁਰੂ ਵਿੱਚ ਵੀ ਦੱਸਿਆ ਸੀ, ਹੁਣ ਵੀ ਗੱਲ ਕੀਤੀ ਹੈ, ਸਿੱਖਾਂ ਦੀ ਪਾਰਲੀਮੈਂਟ ਹੈ ਐਸਜੀਪੀਸੀ। ਤਾਂ ਇਸ ਐਸਜੀਪੀਸੀ ਦੀਆਂ ਚੋਣਾਂ 11 ਸਾਲ ਹੋ ਗਏ ਹੋ ਨਹੀਂ ਰਹੀਆਂ, ਤਾਂ ਉਹ ਤੁਸੀਂ ਨਿਸ਼ਾਨਾ ਸ਼ੁਰੂ ਤੋਂ ਲਾਇਆ ਕਿ ਉਹ ਸੈਂਟਰ ਗੌਰਮੈਂਟ ਹੈ ਜਿਹੜੀ ਕੇਂਦਰ ਹੈ ਉਹ ਨਹੀਂ ਕਰਵਾਉਣ ਦੇ ਰਹੀ। ਤਾਂ ਹੁਣ ਤਾਂ ਕੇਂਦਰ ਦਾ ਸਿੱਧੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਵੀ ਨਹੀਂ ਹੈ, ਤਾਂ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਸਿੱਧੇ ਤੌਰ ਦੇ ਉੱਤੇ ਫੈਸਲਾ ਲੈ ਸਕਦੀ ਹੈ, ਕਿਉਂ ਨਹੀਂ ਲਿਆ ਜਾ ਰਿਹਾ? ਤੁਹਾਨੂੰ ਕੀ ਸਮਝ ਆਉਂਦਾ? ਕਿ ਉਹਨਾਂ ਦੇ ਕੋਲੇ ਬਹੁਤ ਮਾਇਆ ਦੇ ਭੰਡਾਰ ਹੈਗੇ ਹੈ। ਜਿਵੇਂ ਪਹਿਲੇ ਜ਼ਮਾਨੇ ਦੇ ਵਿੱਚ ਮਸੰਦ ਹੁੰਦੇ ਸੀਗੇ, ਮਹੰਤ ਹੁੰਦੇ ਸੀਗੇ, ਉਹਨਾਂ ਨੇ ਸਾਡੇ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਕੀਤੇ ਹੋਏ ਸੀਗੇ, ਤੇ ਇਸੇ ਤਰ੍ਹਾਂ ਇਹਨਾਂ ਦਾ ਕਬਜ਼ਾ ਹੈਗਾ, ਤੇ ਕਬਜ਼ੇ ਦੇ ਵਿੱਚ ਪੈਸਾ ਬਹੁਤ ਹੈ। ਜਿੰਨੀਆਂ ਵੀ ਇਹਨਾਂ ਦੀਆਂ ਪੋਲੀਟੀਕਲ ਫੰਕਸ਼ਨਸ ਹੁੰਦੇ ਹੈ ਉਹ ਐਸਜੀਪੀਸੀ ਕਰਾਉਂਦੀ ਹੈਗੀ ਹੈ, ਲੰਗਰ ਵੀ ਦਿੰਦੀ ਹੈ, ਸਾਰਾ ਕੁਝ ਕਰਦੀ ਹੈ। ਜਿਹੜੇ ਪ੍ਰਚਾਰਕ ਹੈਗੇ ਹੈ ਉਹ ਕੋਈ ਪ੍ਰਚਾਰ ਨਹੀਂ ਕਰ ਰਹੇ ਸਿੱਖੀ ਦਾ। ਇੱਥੇ ਬਹੁਤ ਜ਼ਿਆਦਾ ਦੂਜੇ ਧਰਮ ਇੱਥੇ ਆ ਰਹੇ ਹੈ, ਪਰ ਸਾਡਾ ਪ੍ਰਚਾਰ ਹੀ ਨਹੀਂ ਸਿੱਖੀ ਦਾ ਹੋ ਰਿਹਾ। ਉਹ ਤਾਂ ਕਿਸੇ ਨੂੰ ਵੀ ਪੁੱਛ ਲਓ ਕਿ ਇੱਥੇ ਹੋਰ ਚੀਜ਼ਾਂ, ਕਈ ਚੀਜ਼ਾਂ ਡੇਰੇ ਬਾਅਦ ਬਹੁਤ ਵੱਧ ਗਿਆ ਹੈ, ਤੇ ਜਦੋਂ ਪ੍ਰਚਾਰ ਹੀ ਨਹੀਂ ਹੋ ਰਿਹਾ, ਪ੍ਰਚਾਰ ਹੋ ਰਿਹਾ ਬਾਦਲ ਦਲ ਦਾ। ਪਰ ਇਹ ਗੱਲ ਤਾਂ ਅੱਜ ਕੌਮ ਦੇ ਨਾਂ ਜਦੋਂ ਸੰਦੇਸ਼ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ, ਉਹਨਾਂ ਨੇ ਵੀ ਇਹ ਗੱਲ ਐਡਮਿਟ ਕੀਤੀ ਹੈ। ਉਹਨਾਂ ਨੇ ਵੀ ਕਿਹਾ ਕਿ ਜੇਕਰ ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਮਜ਼ਬੂਤ ਹੋਣਾ ਹੈ ਤੇ ਪਹਿਲਾਂ ਧਾਰਮਿਕ ਤੌਰ ਤੇ ਮਜ਼ਬੂਤ ਹੋਣਾ ਪੈਣਾ ਹੈ। ਇਹ ਗੱਲ ਕਿਤੇ ਵੀ ਜਿਹੜੀ ਨਜ਼ਰ ਨਹੀਂ ਆ ਰਹੀ, ਬੱਚੇ ਵੀ ਮੁੱਖ ਮੋੜ ਰਹੇ ਆ ਪੜ੍ਹਾਈ ਵਾਲੇ ਕੰਮ ਤੋਂ, ਤਾਂ ਇਹ ਗੱਲ ਉਹਨਾਂ ਨੇ ਕਹੀ ਹੈ, ਉਹ ਤਾਂ ਐਡਮਿਟ ਕਰ ਰਹੇ ਆ ਜਿਹੜੇ ਉਸ ਅਕਾਲ ਤਖਤ ਸਾਹਿਬ ਤੇ ਜਥੇਦਾਰ ਨੇ, ਸਿੰਘ ਸਾਹਿਬ, ਉਹਨਾਂ ਨੇ ਵੀ ਇਹ ਗੱਲ ਕਹੀ। ਉਹਨਾਂ ਦੀ ਗੱਲ ਸੁਣਨ ਨਾ, ਜਿਹੜਾ ਸਿੱਖ ਮਰਿਆਦਾ ਹੈ ਇਹਦੇ ਵਿੱਚ ਇੱਕ ਤੁਕ ਆਉਂਦੀ ਹੈ, ਰਾਜ ਬਿਨਾਂ ਨਾ ਧਰਮ ਚਲੇ ਹੈ। ਜਿੰਨਾ ਚਿਰ ਸਾਡੇ ਕੋਲੇ ਰਾਜ ਨਹੀਂ ਹੈ, ਧਰਮ ਨਹੀਂ ਚੱਲ ਸਕਦਾ। ਪਰ ਇਹ ਬਾਦਲ ਦਲੀਆਂ ਕੋਲੇ 5 ਵਾਰੀ ਚੀਫ ਮਿਨਿਸਟਰ ਆਈ ਹੈ, ਤੇ ਇਹਨਾਂ 5 ਵਾਰੀ ਸਿੱਖ ਧਰਮ ਥੱਲੇ ਦੀ ਥੱਲੇ ਜਾਂਦਾ ਰਿਹਾ ਹੈਗਾ। ਤੇ ਇਹ ਆਪਣੇ ਆਪ 'ਚ ਕਹਿੰਦੇ ਸਭ ਤੋਂ ਵੱਡੀ ਜੇ ਕੋਈ ਪੰਥਕ ਪਾਰਟੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੈ। ਫਿਰ ਹੁਣ ਐਤਕੀ ਦੇਖ ਲਈਏ ਇਸ ਇਲੈਕਸ਼ਨ ਦੇ ਵਿੱਚ ਕਿੱਡੀ ਕੁ ਤਕੜੀ ਹੈਗੀ ਹੈ। ਹੁਣ ਤਾਂ ਇਹ 23 ਤਰੀਕ ਨੂੰ ਮੇਰਾ ਖਿਆਲ ਫੈਸਲਾ ਹੋ ਜਾਊਗਾ। ਹਾਂ, 23 ਨੂੰ ਵੋਟਾਂ ਹੋਣਗੀਆਂ, 26 ਨੂੰ ਫੈਸਲਾ। ਹਾਂ, ਫਿਰ ਥੋੜ੍ਹੀ ਦਿਨ ਹੀ ਰਹਿ ਗਏ, ਉਦੋਂ ਦੇਖ ਲਿਓ ਕਿ ਕਿੱਡੀ ਕੁ ਵੱਡੀ ਪੰਥਕ ਪਾਰਟੀ ਹੈ। ਜੀ, ਜੇਕਰ ਅਸੀਂ ਅੱਜ ਦੀ ਚੋਣ ਦੀ ਜਿਹੜੀ ਹੁਣ ਹੋਣ ਜਾ ਰਹੀ ਹੈ, ਚੋਣ ਪ੍ਰਚਾਰ ਵੀ ਤੁਸੀਂ ਕਰ ਰਹੇ ਹੋ, ਪੰਜਾਬ ਨੂੰ ਵੀ ਨਾਲ ਤਾਂ ਦੇਖਣਾ ਪੈ ਰਿਹਾ ਕਿਉਂਕਿ ਥੋੜ੍ਹੇ ਸਮੇਂ ਬਾਅਦ ਫਿਰ ਚੋਣਾਂ ਹੋ ਜਾਣੀਆਂ ਪੂਰੇ ਪੰਜਾਬ ਪੱਧਰ 'ਤੇ ਵੀ, ਭਾਰਤ ਪੱਧਰ 'ਤੇ। ਤਾਂ ਇਹਨਾਂ ਚੋਣਾਂ ਦੇ ਵਿੱਚ ਜਦੋਂ ਤੁਸੀਂ ਐਡਰੈਸ ਕਰਦੇ ਹੋ ਲੋਕਾਂ ਨੂੰ, ਹੁਣ ਲੰਮੇ ਸਮੇਂ ਤੱਕ ਐਡਰੈਸ ਕੀਤਾ ਹੋਣਾ, ਸਭ ਤੋਂ ਵੱਡਾ ਤਜਰਬੇ ਦੇ ਵਿੱਚੋਂ ਲੋਕ ਕੀ ਚਾਹੁੰਦੇ ਆ? ਲੋਕਾਂ ਦੇ ਮਨਾਂ ਨੂੰ ਵੀ ਤੁਸੀਂ ਪੜ੍ਹਦੇ ਹੋਵੋਗੇ, ਜੋ ਤੁਸੀਂ ਵਿਚਾਰ ਪੇਸ਼ ਕਰਦੇ ਹੋ ਉਹਨਾਂ ਦੇ ਵਿੱਚ ਗੈਪ ਕਿੰਨਾ ਕੁ ਹੈ ਲੋਕਾਂ ਦੇ ਵਿੱਚ ਔਰ ਤੁਹਾਡੇ ਵਿਚਾਰਾਂ ਦੇ ਵਿੱਚ? ਲੋਕ ਚਾਹੁੰਦੇ ਹੈ ਕਿ ਸਾਨੂੰ ਸੁਰੱਖਿਆ ਚਾਹੀਦੀ ਹੈ, ਸਾਨੂੰ ਖਰਾਬੀ ਨਹੀਂ ਹੋਣੀ ਚਾਹੀਦੀ। ਜਿਵੇਂ ਕਿਸਾਨ ਸੜਕਾਂ ਦੇ ਉੱਤੇ ਬੈਠੇ ਹੈ, ਜਿਵੇਂ ਸਾਡੇ ਟੀਚਰਸ ਸੜਕਾਂ ਦੇ ਉੱਤੇ ਬੈਠੇ ਹੈ, ਜਿਵੇਂ ਹੋਰ ਸਰਕਾਰ ਦੇ ਮੁਲਾਜ਼ਮ ਸੜਕਾਂ ਦੇ ਉੱਤੇ ਬੈਠੇ ਹੈ। ਗਰੀਬਾਂ ਦੀ ਭੁੱਖ ਨਹੀਂ ਅਜੇ ਤੱਕ ਮਾਰੀ ਗਈ, ਉਹਨਾਂ ਦੇ ਕੋਲੇ ਪੈਸਾ ਹੈ ਨਹੀਂ ਗਾ, ਉਹਨਾਂ ਕੋਲੇ ਪੜ੍ਹਾਈ ਹੈ ਨਹੀਂ ਗੀ, ਉਹਨਾਂ ਦੇ ਕੋਲੇ ਹਸਪਤਾਲ ਦੇ ਲਈ ਕੁਛ ਵੀ ਪੈਸੇ ਨਹੀਂ ਹੈਗੇ, ਨਾ ਹੌਸਪੀਟਲਸ ਕੰਮ ਕਰਦੇ ਹੈ। ਉਹ ਚਾਹੁੰਦੇ ਹੈ ਕਿ ਅਮਨ ਦੇ ਨਾਲ, ਜਿਵੇਂ 5 ਸਾਲ ਮੈਂ MP ਇੱਥੇ ਰਿਹਾ, ਉਹਨਾਂ 5 ਸਾਲਾਂ 'ਚ ਨਾ ਤਾਂ ਨਿਰੰਕਾਰੀ ਦਾ ਪ੍ਰੋਬਲਮ ਹੋਇਆ, ਨਾ ਪ੍ਰੇਮੀਆਂ ਦਾ ਪ੍ਰੋਬਲਮ ਹੋਇਆ, ਨਾ ਜ਼ਿਮੀਂਦਾਰਾਂ ਦਾ ਪ੍ਰੋਬਲਮ ਹੋਇਆ, ਨਾ ਖੇਤ ਮਜ਼ਦੂਰਾਂ ਦਾ ਪ੍ਰੋਬਲਮ ਹੋਇਆ, ਨਾ ਸਾਡੇ ਸ਼ਹਿਰੀ ਲਾਲੇ ਬਾਣੀਆਂ ਦੇ ਉੱਤੇ ਕੋਈ ਰੇਡਾਂ ਪਈਆਂ ਪੁਲਿਸ ਦੀਆਂ, CBI ਦੀਆਂ, ED ਦੀਆਂ। ਮੇਰੇ ਕੋਲ ਬਿਲਕੁਲ ਇੱਥੇ 5 ਸਾਲ ਚਿੜੀ ਨਹੀਂ ਫੜਕਣ ਦਿੱਤੀ, ਤੇ ਸਭ ਕੁਝ ਲੋਕਾਂ ਦੇ ਹੱਕ ਦੇ ਵਿੱਚ ਮੈਂ ਅੱਖ ਤੇਜ਼ ਰੱਖ ਕੇ ਕਰਾਈ। ਇੱਥੇ ਸ਼ਤਾਬਦੀ ਵੀ ਚਲਾਤੀ ਸੀ, ਪਰ ਫਿਰ ਲੋਕ ਜਿਹੜੇ ਆਪਣੇ ਸਰਮਾਏਦਾਰ ਲਾਲੇ ਬਾਣੀਏ ਹੈ, ਜਿਹੜੇ ਟਰੇਡਰਸ ਨੇ, ਇਹਨਾਂ ਨੇ ਉਹ ਸ਼ਤਾਬਦੀ ਨੂੰ ਇਸਤੇਮਾਲ ਨਹੀਂ ਕੀਤਾ, ਜਿਹਦੇ ਨਾਲ ਉਹ ਸ਼ਤਾਬਦੀ ਬੰਦ ਕਰਨੀ ਪਈ। ਮੈਂ ਦਿੱਲੀ ਤੋਂ ਲੈ ਕੇ ਬਠਿੰਡੇ ਤੱਕ ਸ਼ਤਾਬਦੀ ਚਲਵਾਤੀ ਸੀਗੀ। ਠੀਕ ਹੈ, ਮੈਂ ਕੰਮ ਤਾਂ ਸਾਰੇ ਬਹੁਤ ਕੀਤੇ। ਫਿਰ ਇਹ ਜਿਹੜਾ ਘੱਗਰ ਹੈ, ਇਹ ਹਰੇਕ ਸਾਲ ਹੜ੍ਹ ਲਿਆ ਦਿੰਦਾ ਸੀ ਤੇ ਕਰੋੜਾਂ ਅਰਬਾਂ ਰੁਪਇਆਂ ਦੀ ਫਸਲ ਨੂੰ ਮਾਰ ਦਿੰਦਾ ਸੀਗਾ। ਮੇਰੇ ਨਾਲ ਮਹਾਰਾਣੀ ਪਟਿਆਲਾ ਵੀ ਇਹ MP ਸੀਗੇ ਪਟਿਆਲੇ ਦੇ, ਤੇ ਘੱਗਰ ਪਟਿਆਲੇ ਦੇ ਵਿੱਚ ਵੀ ਨਾਸ ਬਹੁਤ ਕਰਦਾ, ਤੇ ਅਸੀਂ ਦੋਨੋਂ ਸਰਕਾਰ ਸੈਂਟਰ ਕੋਲੇ ਗਏ ਤੇ ਇਹਦੇ ਲਈ ਬਹੁਤ ਪੈਸਾ ਲਿਆ,
ਜਿਹਦੇ ਨਾਲ ਇਹਦੀ ਮੁਰੰਮਤ ਹੋਈ, ਇਹਦੇ ਕੰਢਿਆਂ ਦੀ ਸਾਰਾ ਕੁਝ ਠੀਕ ਕੀਤਾ, ਇਹਦੇ ਥੱਲਿਓਂ ਖੋਦ ਕੀਤੀ ਗਈ ਕਿ ਇਹਦਾ ਜਿਹੜਾ ਹੇਠਲਾ ਪਾਸਾ ਉਹ ਜਿਹੜਾ ਭਰ ਗਿਆ ਸਿਲਟ ਦੇ ਨਾਲ, ਉਹ ਬਾਹਰ ਕੱਢਿਆ ਤੇ ਉੱਥੇ ਫਿਰ ਹੁਣ ਘੱਗਰ ਠੀਕ ਚੱਲਣ ਲੱਗ ਪਿਆ। ਪਰ ਹੁਣ ਫਿਰ ਉਹਦੀ ਮੁਰੰਮਤ ਹੋਣੀ ਪੈਣੀ ਹੈ। ਪਰ ਇਹਨਾਂ ਚੀਜ਼ਾਂ ਦੇ ਵੱਲ ਤਾਂ ਕਿਸੇ ਨੇ ਅੱਖ ਨਹੀਂ ਦਿੱਤੀ, ਨਾ ਕਿਸਾਨਾਂ ਦੇ ਉੱਤੇ, ਨਾ ਮਜ਼ਦੂਰਾਂ ਦੇ ਉੱਤੇ, ਨਾ ਜਿਹੜੇ ਸਾਡੇ ਲਾਲੇ ਬਾਣੀਏ ਹੈਗੇ ਹੈ। ਇਹਨਾਂ ਦਾ ਰੋਲ ਬਹੁਤ ਤਕੜਾ ਹੈ ਸਾਡੀ ਜ਼ਿੰਦਗੀ ਦੇ ਵਿੱਚ, ਕਿਉਂ ਕਰਕੇ ਹੁਣ ਝੋਨਾ ਲੱਗਣਾ, ਹੁਣ ਸਾਡੇ ਕਿਸਾਨ ਨੇ ਇਹਨਾਂ ਦੇ ਕੋਲੇ ਫੇਰ ਜਾਣਾ ਪੈਸਾ ਲੈਣ ਨੂੰ, ਕਿਉਂ ਕਰਕੇ ਇਹ ਬੀਜ ਵੀ ਖਰੀਦਣਾ, ਸਾਰਾ ਕੁਝ ਬਿਜਲੀ ਦੇ ਬਿੱਲ ਦੇਣੇ ਹੈ। ਫਿਰ ਜਦੋਂ ਝੋਨੇ ਦੀ ਫਸਲ ਆਊਗੀ ਤੇ ਫਿਰ ਕਿਸਾਨ ਨੇ ਇਹਨਾਂ ਨੂੰ ਪੈਸੇ ਵਾਪਸ ਕਰਨੇ ਹੈ। ਉਸ ਤੋਂ ਬਾਅਦ ਫਿਰ ਕਣਕ ਲਾਉਣ ਦਾ ਟਾਈਮ ਆ ਜਾਊਗਾ, ਫਿਰ ਬਾਣੀਏ ਕੋਲੇ ਜਾਣਾ ਪੈਣਾ। ਫਿਰ ਜਦੋਂ ਵਾਢੀ ਹੋ ਜੂਗੀ ਕਣਕ ਦੀ, ਫਿਰ ਉਹ ਕਿਸਾਨ ਵਾਪਸ ਆਉਂਦਾ, ਇਹਨਾਂ ਦੇ ਪੈਸੇ ਮੁੜਦਾ। ਸਾਰੇ ਤਮਾਮ ਕੰਮ ਗਣਾਏ ਕਿ ਜਿਹੜੇ ਬਾਕੀਆਂ ਨੇ ਨਹੀਂ ਕੀਤੇ, ਮੈਂ ਕਰਦਾ ਰਿਹਾ, ਹੁਣ ਤੱਕ ਲੋਕ ਤੁਹਾਡੀ ਜਿੱਤ ਝੋਲੀ ਵਿੱਚ ਕਿਉਂ ਨਹੀਂ ਪਾ ਰਹੇ? ਤੁਹਾਨੂੰ ਕੀ ਲੱਗਦਾ ਕਮੀ ਕਿੱਥੇ ਰਹਿ ਜਾਂਦੀ? ਇਹ ਤਾਂ ਟਿਪਕਲ ਤੁਹਾਡਾ ਕੁਐਸਚਨ ਹੈਗਾ ਹੈ। ਇਹਦਾ ਸਵਾਲ ਦਾ ਜਵਾਬ ਇੱਕ ਹੀ ਹੈ ਕਿ ਮੈਂ ਨਲਾਇਕ ਆਦਮੀ ਹਾਂ। ਹੁਣ ਤੁਸੀਂ ਖੁਸ਼ ਹੋ ਗਏ? ਨਹੀਂ, ਅਸੀਂ ਇਸ ਕਰਕੇ ਨਹੀਂ ਪੁੱਛਿਆ ਕਿ ਅਸੀਂ ਖੁਸ਼ ਹੋਈਏ ਜਾਂ ਕੁਛ ਹੋ। ਪਰ ਮੇਰਾ ਮਤਲਬ ਇਹ ਹਰੇਕ ਦਾ ਹੁੰਦਾ ਸਵਾਲ, ਤੇ ਇਹਦਾ ਜਵਾਬ ਇੱਕੋ ਹੀ ਮੈਂ ਦੇ ਸਕਦਾ ਕਿ ਮੈਂ ਨਲਾਇਕ ਹਾਂ। ਪਰ ਬਹੁਤ ਸਾਰੇ ਉਮੀਦਵਾਰ ਤਾਂ ਕਹਿ ਦਿੰਦੇ ਆ ਕਿ ਕਮੀ ਹੋ ਗਈ, ਹੱਥ ਜੋੜ ਕੇ ਲੰਘ ਜਾਂਦੇ, ਅਗਲੀ ਵਾਰੀ ਮੌਕਾ ਲਵਾਂਗੇ। ਤੁਸੀਂ ਆਪਣੇ ਆਪ ਨੂੰ ਐਡਮਿਟ ਕਰ ਰਹੇ ਹੋ ਇਸ ਤਰੀਕੇ ਨਾਲ, ਮਜ਼ਾਕੀ ਲਈ। ਤੁਸੀਂ ਕਿਹਾ ਕਿ ਫਿਰ ਨਲਾਇਕ ਹੀ ਹੈ ਜਿਹੜਾ ਲੋਕ ਵੋਟ ਨਹੀਂ ਪਾਉਂਦੇ, ਹੋਰ ਕੀ ਹੈ? ਮੇਰਾ ਇੱਕ ਹੋਰ ਸਵਾਲ ਹੈ ਕਿ ਅੱਜ ਦੀ ਜਿਵੇਂ ਭਾਸ਼ਣ ਦੇ ਵਿੱਚ ਇੰਡੀਅਨ ਐਕਸਪ੍ਰੈਸ ਰੋਜ਼ ਦਿਨ ਬ ਦਿਨ ਘਟਦੀ ਜਾਂਦੀ ਹੈ, ਤੇ ਉਹਦੀ ਕੀ ਵਜ੍ਹਾ ਹੈਗੀ ਹੈ? ਤੁਸੀਂ ਟਿੱਪਣੀਆਂ ਆਪਣੇ ਤਜਰਬੇ ਵਿੱਚੋਂ ਚੰਗੀਆਂ ਕਰ ਰਹੇ ਹੋ, ਤੇ ਫਿਰ ਮੇਰਾ ਮਤਲਬ ਉਹਦਾ ਕੀ ਮਤਲਬ ਹੈਗਾ, ਹੈ ਨਾ? ਇੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗੱਲ ਪੂਰੇ ਜੋਸ਼ ਦੇ ਨਾਲ ਵੀ ਕਹੀ, ਔਰ ਉਹਨਾਂ ਨੇ ਪਹਿਲਾਂ ਵੀ ਕਹੀ ਹੈ ਕਿ ਲਾਇਸੈਂਸੀ ਹਥਿਆਰ ਹੈ ਜਿਹੜੇ ਸਾਰਿਆਂ ਨੂੰ ਰੱਖਣੇ ਚਾਹੀਦੇ ਹੈ। ਔਰ ਅੱਜ ਉਹਨਾਂ ਨੇ ਇੱਕ ਗੱਲ ਕਹੀ ਕਿ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ। ਲੋਕੀ ਤਾਂ ਬਾਕੀ ਜਿਹੜੇ ਆ ਛੁਪ ਕੇ ਟ੍ਰੇਨਿੰਗਾਂ ਲੈਂਦੇ ਹੋਣਗੇ, ਪਰ ਸਾਨੂੰ ਥਾਂ ਥਾਂ 'ਤੇ ਸੈਂਟਰ ਖੋਲ੍ਹਣੇ ਚਾਹੀਦੇ, ਹਥਿਆਰਾਂ ਦੀ ਟ੍ਰੇਨਿੰਗ ਦੇਣੀ ਚਾਹੀਦੀ ਹੈ। ਤੁਸੀਂ ਇਸ ਵਿਚਾਰ ਦੇ ਨਾਲ ਸਹਿਮਤ ਹੋ ਜਾਂ ਕਿਸ ਤਰੀਕੇ ਨਾਲ ਇਸ ਨੂੰ ਅਮਲ 'ਚ ਲਿਆਉਣਾ? ਇਸ਼ਾਰਾ RSS ਦੇ ਉੱਤੇ ਹੈ, ਜਿਹੜਾ ਛੁਪ ਕੇ ਗੋਬਿੰਦਗੜ੍ਹ ਮੰਡੀ ਦੇ ਵਿੱਚ, ਰਾਜਪੁਰੇ ਤੇ ਹੋਰ ਕਈ ਮੰਡੀਆਂ ਦੇ ਵਿੱਚ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੰਦੇ ਹੈ। ਤੇ ਸਿੱਖ ਤਾਂ ਮਾਰਸ਼ਲ ਕੌਮ ਹੈ, ਤੇ ਇਹ 10ਵੇਂ ਪਾਤਸ਼ਾਹ ਦਾ ਹੁਕਮ ਹੈ, ਸ਼ਸਤਰੋਂ ਕੇ ਅਧੀਨ ਹੈ ਰਾਜ। ਤੇ ਸਿੱਖ ਦੇ ਕੋਲੇ ਤਾਂ ਸ਼ਸਤਰ ਹਮੇਸ਼ਾ ਹੋਣੇ ਚਾਹੀਦੇ ਹੈ, ਤੇ ਸਿੱਖ ਨੂੰ ਟ੍ਰੇਨਿੰਗ ਜ਼ਿਆਦਾ ਨਹੀਂ ਚਾਹੀਦੀ, ਥੋੜ੍ਹੀ ਜਿਹੀ ਚਾਹੀਦੀ ਹੈ। ਤੇ ਹਮੇਸ਼ਾ ਇਹ ਬਾਰਡਰ ਦੇ ਇਲਾਕੇ ਹੈਗੇ ਹੈ, ਅਸੀਂ ਫਰੰਟੀਅਰ ਦੇ ਲੋਕ ਹੈ, ਤੇ ਸਾਡੇ ਕੋਲੇ ਤਾਂ ਹਮੇਸ਼ਾ ਤਿਆਰੀ ਹੋਣੀ ਚਾਹੀਦੀ ਹੈ ਕਿ ਕਿਸੇ ਵੇਲੇ ਵੀ ਜੰਗ ਹੋ ਜੇ। ਹੁਣ ਜਦ ਦਾ ਹਿੰਦੂਤਵਾ ਦਾ ਰਾਜ ਆਇਆ, ਤੁਸੀਂ ਦੇਖੋ 1962 ਦੇ ਵਿੱਚ ਹਿੰਦੂਤਵਾ ਨੇ 40,000 ਸਕੁਆਇਰ ਕਿਲੋਮੀਟਰ ਲਦਾਖ ਦੇ ਚੀਨ ਨੂੰ ਲਟਾਤੇ, ਤੇ ਮੋਦੀ ਸਾਹਿਬ ਦੇ ਰਾਜ ਦੇ ਵਿੱਚ 2020 ਦੇ ਵਿੱਚ 900 ਸਕੁਆਇਰ ਕਿਲੋਮੀਟਰ ਹੋਰ ਚੀਨ ਲਦਾਖ ਦੇ ਵਿੱਚ ਆ ਗਈ ਹੈ। ਤੇ ਜੇ ਹਿੰਦੂਤਵਾ ਦੇ ਲੋਕਾਂ ਨੂੰ ਹਥਿਆਰਾਂ ਦਾ ਚਾਅ ਹੁੰਦਾ ਤੇ ਪੈਸੇ ਦਾ ਘੱਟ ਹੁੰਦਾ, ਤੇ ਫਿਰ ਚੀਨ ਬਾਰਡਰ ਤਾਂ ਨਹੀਂ ਸੀ ਨਾ ਕ੍ਰਾਸ ਕਰ ਸਕਦੀ, ਹੈ ਨਾ? ਤਾਂ ਇਸੇ ਗੱਲਾਂ ਦੇ ਵਿੱਚੋਂ ਕੁਝ ਗੱਲਾਂ ਹੋਰ ਐਸੀਆਂ ਨੇ ਕਿ ਜਿਵੇਂ ਇੱਕ ਤਾਜ਼ਾ ਘਟਨਾਕ੍ਰਮ ਪੰਜਾਬ ਦੇ ਵਿੱਚ ਵਾਪਰਿਆ, ਤੁਸੀਂ ਵੀ ਉੱਥੇ ਪਹੁੰਚੇ ਹੋ, ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੋਇਆ। ਇਸ ਘਟਨਾਕ੍ਰਮ ਦੇ ਜ਼ਰੀਏ ਅਸੀਂ ਸਮਝਣ ਦੀ ਕੋਸ਼ਿਸ਼ ਤੁਹਾਡੇ ਤੋਂ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ, ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ, ਇਸ ਨੂੰ ਠੱਲ ਪਾਉਣ ਦੇ ਲਈ ਜਾਂ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਅਸੀਂ ਜੋ ਕਰਦੇ ਹਾਂ, ਹੋਣਾ ਕੀ ਚਾਹੀਦਾ ਜੋ ਹੋ ਨਹੀਂ ਰਿਹਾ? ਦੇਖੋ, ਟੈਲੀਫੋਨ ਤਾਂ ਤੁਹਾਡੇ ਵੀ ਸੈਂਸਰ ਹੁੰਦੇ ਹੈ, ਮੇਰੇ ਵੀ ਹੁੰਦੇ ਹੈ, ਮੂਸੇਵਾਲ ਸਾਹਿਬ ਦੇ ਵੀ ਹੁੰਦੇ ਹੈ, ਸੰਦੀਪ ਸਿੰਘ ਸਿੱਧੂ ਦੇ ਵੀ ਹੁੰਦੇ ਹੈ। ਤੇ ਸਰਕਾਰ ਨੂੰ ਪਹਿਲਾਂ ਕਿਉਂ ਨਹੀਂ ਸੀ ਪਤਾ ਕਿ ਇਹ ਟੈਲੀਫੋਨ ਦੇ ਰਾਹੀਂ ਕਿਹੜੇ ਬੰਦੇ ਫਰੌਤੀਆਂ ਮੰਗਦੇ ਹੈ ਜਾਂ ਇਹਨਾਂ ਨੂੰ ਡਰਾਉਂਦੇ ਹੈ, ਤੇ ਇਹਨਾਂ ਦਾ ਅਸਰ ਕਿਉਂ ਨਹੀਂ ਪਹਿਲਾਂ ਰੁਕ ਕੀਤਾ ਗਿਆ ਕਿ ਇਹਨਾਂ ਦਾ ਇਹੋ ਜਿਹਾ ਭਿਆਨਕ ਕਤਲ ਨਾ ਹੋ ਸਕੇ। ਜਦੋਂ ਦਿੱਲੀ ਦੀ ਪੁਲਿਸ ਨੇ ਪਹਿਲਾਂ ਇਨਫੋਰਮੇਸ਼ਨ ਚੰਡੀਗੜ੍ਹ ਤੇ ਪੰਜਾਬ ਨੂੰ ਦੇਤੀ ਸੀ ਕਿ ਇੱਕ ਅਸੀਂ ਬੰਦਾ ਫੜਿਆ ਜਿਹੜਾ ਕਹਿੰਦਾ ਕਿ ਅਸੀਂ ਮੂਸੇਵਾਲ ਸਾਹਿਬ ਨੂੰ ਮਾਰ ਦੇਣਾ ਹੈ, ਤੇ ਫਿਰ IB ਦੇ ਵੀ
ਖਬਰ ਛਪੀ ਸੀ ਕਿ ਅਸੀਂ ਪੰਜਾਬ ਨੂੰ ਦੱਸਿਆ ਸੀਗਾ ਕਿ ਮੂਸੇਵਾਲ ਸਾਹਿਬ ਦਾ ਕਤਲ ਹੋਵੇਗਾ, ਤੇ ਫਿਰ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਤੇ ਪੰਜਾਬ ਸਰਕਾਰ ਨੇ ਪਹਿਲਾਂ ਕਿਉਂ ਨਹੀਂ ਪ੍ਰਬੰਧ ਕੀਤੇ। ਹੁਣ ਇਹ ਤਾਂ ਨਲਾਇਕੀ ਹੈ ਸਰਕਾਰ ਦੀ ਕਿ ਜੇ ਤੁਹਾਡੇ ਕੋਲੇ ਪਹਿਲਾਂ ਹੀ ਇਤਲਾਹ ਆ ਜੇ ਕਿ ਇਹ ਇਸ ਤਰ੍ਹਾਂ ਹੋਣਾ ਹੈ ਤਾਂ ਫਿਰ ਕੋਈ ਨਾ ਕੋਈ ਤਾਂ ਪ੍ਰਬੰਧ ਹੋਣਾ ਚਾਹੀਦਾ। ਜਦੋਂ ਦਾ ਇਹ ਘਟਨਾਕ੍ਰਮ ਵਾਪਰਿਆ ਦੋ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਲੋਕਾਂ ਦੇ ਵਿੱਚ ਵੀ, ਹੋਰ ਸਾਰੇ ਗਲਿਆਰਿਆਂ ਦੇ ਵਿੱਚ ਵੀ। ਕੋਈ ਕਹਿ ਰਿਹਾ ਇਹ ਗੈਂਗਵਾਰ ਸੀ ਨਿਰੀ ਸਾਰੀ ਦੀ ਸਾਰੀ। ਜਿਹੜਾ ਗੈਂਗਵਾਰ ਤੇ ਗੱਲ ਕਰਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਇਹ ਸਾਜ਼ਿਸ਼ ਕਿਸੇ ਏਜੰਸੀਆਂ ਦੀ ਹੈ, ਗੈਂਗਵਾਰ ਦੇ ਉੱਤੇ ਸਾਰੀ ਮੜੀ ਜਾ ਰਹੀ ਹੈ। ਤੁਹਾਨੂੰ ਸਮਝ ਕੀ ਆਉਂਦਾ ਹੈ ਆਪਣੇ ਤਜਰਬੇ 'ਚ? ਇਹ ਤਾਂ ਨਹੀਂ ਮੈਨੂੰ ਪਤਾ, ਮੈਂ ਐਵੇਂ ਇਹ ਕਹਿਦਾ ਕਿ ਏਜੰਸੀਜ਼ ਦਾ ਹੈ ਕਿ ਕਿਸੇ ਦਾ ਹੈ, ਤੇ ਇਹਦੀ ਤਫਤੀਸ਼ ਚੱਲ ਰਹੀ ਹੈ ਤੇ ਮੈਂ ਸਮਝਦਾ ਕਿ ਇਹ ਕੰਮ ਸਿਰੇ ਲੱਗ ਜੂਗਾ। ਪਰ ਜਿਹੜੀ ਬਹੁਤ ਬੁਰੀ ਗੱਲ ਕਮੀਨੀ ਹੁਕੂਮਤ ਨੇ ਕੀਤੀ ਹੈ ਕਿ ਮੂਸੇਵਾਲ ਸਾਹਿਬ ਦੇ ਮਾਈ ਬਾਪ ਹੈ, ਉਹਨਾਂ ਦਾ ਇਕਲੌਤਾ ਪੁੱਤ ਪੂਰਾ ਹੋ ਗਿਆ ਇਹੋ ਜਿਹੇ ਦੁਰਘਟਨਾ ਦੇ ਵਿੱਚ, ਤੇ ਉਹਨਾਂ ਨੂੰ ਸਾਡੇ ਨਿਜ਼ਾਮ ਨੇ ਫੜ ਕੇ ਚੰਡੀਗੜ੍ਹ ਲੈ ਗਏ ਕਿ ਇੱਥੇ ਹੋਮ ਮਿਨਿਸਟਰ ਆਇਆ ਅਮਿਤ ਸ਼ਾਹ, ਤੇ ਉਹਨਾਂ ਨੂੰ ਮਿਲਾਇਆ ਗਿਆ। ਹੁਣ ਅਮਿਤ ਸ਼ਾਹ ਜੇ ਉਹਦੇ ਵਿੱਚ ਕੋਈ ਵੀ ਮਨੁੱਖਤਾ ਹੁੰਦੀ, ਤਹਿਜੀਬ ਹੁੰਦੀ, ਉਹਨੂੰ ਇੱਥੇ ਨਹੀਂ ਸੀ ਆਉਣਾ ਚਾਹੀਦਾ ਮੂਸੇ ਇਹਨਾਂ ਦੇ ਮਾਈ ਬਾਪ ਨੂੰ ਮਿਲਣ ਦੇ ਲਈ। ਇਹ ਜਿਹੜਾ ਕੁਛ ਕੀਤਾ ਹੈ ਤੇ ਜਿਹੜਾ ਅਮਿਤ ਸ਼ਾਹ ਨੇ ਕੀਤਾ ਹੈ, ਇਹ ਬਹੁਤ ਕਮੀਨੀ ਗੱਲ ਕੀਤੀ ਹੈ ਕਿ ਅਜੇ ਤੱਕ ਤਾਂ ਆਪਣੇ ਮੂਸੇਵਾਲ ਸਾਹਿਬ ਦਾ ਅੰਗੀਠਾ ਹੀ ਨਹੀਂ ਠੰਡਾ ਹੋਇਆ, ਤੇ ਉਹਨਾਂ ਦੇ ਮਾਈ ਬਾਪ ਨੂੰ ਫੜ ਕੇ ਤੇ ਚੰਡੀਗੜ੍ਹ ਅਮਿਤ ਸ਼ਾਹ ਦੇ ਕੋਲੇ ਲੈ ਕੇ ਗਏ ਆ। ਕਿੰਨੀ ਕਮੀਨੀ ਗੱਲ ਹੈ ਇਹ ਤਾਂ ਇਨਹਿਊਮਨ ਚੀਜ਼ ਹੈ, ਅਣਮਨੁੱਖਤਾ ਦੀ ਗੱਲ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਸੀ ਹੋਣੀ ਚਾਹੀਦੀ ਕਦੇ ਵੀ। ਤਾਂ ਖਬਰਾਂ ਦੇ ਜ਼ਰੀਏ ਅਸੀਂ ਵੀ ਸੁਣਿਆ ਕਿ ਮੂਸੇਵਾਲਾ ਸਾਹਿਬ ਦੀ ਤੁਹਾਡੇ ਨਾਲ ਵੀ ਗੱਲਬਾਤ ਹੋਈ, ਕਦੇ ਮਿਲੇ ਹੋ ਜਾਂ ਫੋਨ ਤੇ ਹੋਈ? ਆਖਰੀ ਸ਼ਬਦ ਜਦੋਂ ਤੁਹਾਡੇ ਨਾਲ ਗੱਲ ਹੋਈ ਕਿ ਯਾਦ ਹੋਣ, ਉਹ ਕੀ ਕਹਿ ਗਏ ਸੀ ਤੁਹਾਨੂੰ, ਕੀ ਚਾਹੁੰਦੇ ਸੀ ਉਹਨਾਂ ਦੇ ਮਨ 'ਚ ਕੀ ਸੀ? ਉਹ ਕਹਿੰਦੇ ਸੀਗੇ ਕਿ ਮੈਂ ਤੁਹਾਡੀ ਪੂਰੀ ਸਪੋਰਟ ਕਰਨੀ ਹੈ, ਤੇ ਜਿਹੜੀ ਮੇਰੀ ਨਵੀਂ ਟਰੋਲੀ ਮੈਂ ਆਪ ਬਣਾਈ ਹੈ, ਤੁਹਾਨੂੰ ਇਹ ਮਸਤੂਆਣਾ ਸਾਹਿਬ ਤੋਂ ਉਹਦੇ ਵਿੱਚ ਚੜ੍ਹਾ ਕੇ ਆਪ ਮੈਂ ਟਰੈਕਟਰ ਚਲਾ ਕੇ ਤੇ ਡੀਸੀ ਦੇ ਦਫ਼ਤਰ ਲਿਜਾ ਕੇ ਤੁਹਾਡੇ ਕਾਗਜ਼ ਭਰਾਉਣੇ ਹੈਗੇ ਆ। ਤੇ ਫਿਰ ਉਹਨਾਂ ਨੇ ਪੁੱਛਿਆ ਕਿ ਇਹ ਬਾਪੂ ਤੂੰ ਫਿਰ ਕਦੋਂ ਆਏਗਾ? ਮੈਂ ਕਿਹਾ ਮੈਂ ਛੇਤੀ ਆ ਜਾਊਂਗਾ। ਅਗਲੇ ਦਿਨ ਤਾਂ ਉਹਨਾਂ ਨੂੰ ਇਹ ਮਾਰ ਦਿੱਤਾ ਗਿਆ। ਤੇ ਜਦੋਂ ਮੈਂ ਉੱਥੇ ਗਿਆ ਤੇ ਮੈਂ ਕਿਹਾ ਮੈਂ ਤਾਂ ਤੇਰੇ ਘਰ ਆ ਗਿਆ, ਪਰ ਤੂੰ ਤਾਂ ਇੱਥੇ ਅੱਜ ਹੈ ਨਹੀਂ ਗਾ, ਬਾਪੂ ਤਾਂ ਆ ਗਿਆ ਤੇਰਾ। ਤੇ ਜਦੋਂ ਉੱਥੇ ਸੰਸਕਾਰ 'ਚ ਬੈਠਾ ਰਿਹਾ, ਉੱਥੇ ਵੀ ਮੈਂ ਕਿੰਨਾ ਚਿਰ 2-3 ਘੰਟੇ ਉਡੀਕਦਾ ਰਿਹਾ, ਜਿੰਨਾ ਚਿਰ ਉਹਨਾਂ ਦੇ ਉਹ ਲੈ ਕੇ ਨਹੀਂ ਆਏ ਉਹਨਾਂ ਦੀ ਬੋਡੀ। ਤੇ ਉੱਥੇ ਵੀ ਮੈਂ ਕਿਹਾ ਤੇਰਾ ਬਾਪੂ ਤਾਂ ਟਾਹਲੀ ਥੱਲੇ ਬੈਠਾ, ਤੇ ਤੂੰ ਤਾਂ ਹੁਣ ਇਹ ਕਿਹੜੇ ਰੂਪ ਦੇ ਵਿੱਚ ਆ ਰਿਹਾ? ਤਾਂ ਮਾਨ ਸਾਹਿਬ, ਜਿਵੇਂ ਸੰਜੀਦਗੀ ਭਰੀਆਂ ਇਹ ਗੱਲਾਂ ਵੀ ਹੋ ਰਹੀਆਂ, ਪਰ ਇਸ ਦੇ ਵਿੱਚ ਸਿਆਸਤ ਦੀ ਗਿਰਾਵਟ ਇੰਨੀ ਮਿਆਰ ਕਿਉਂ ਡਿੱਗ ਗਿਆ ਕਿ ਕਿਸੇ ਦੀ ਮੌਤ ਹੋ ਜੇ, ਘਟਨਾਕ੍ਰਮ ਵਾਪਰ ਜੇ, ਬਹੁਤ ਬੁਰੇ ਤਰੀਕੇ ਦੇ ਨਾਲ ਕਿਸੇ ਦਾ ਜੀ ਚਲਾ ਜਾਵੇ ਹਮੇਸ਼ਾ ਦੇ ਲਈ, ਪਰ ਫਿਰ ਵੀ ਰੋਟੀਆਂ ਸੇਕਣ ਵਾਲੇ ਪਿੱਛੇ ਨਹੀਂ ਹਟਦੇ? ਇੰਨੀ ਗਿਰਾਵਟ ਕਿਉਂ ਸਮਝਦੇ ਹੋ? ਸਮਝ ਦੀ ਘਾਟ ਹੈ ਜਾਂ ਜਾਣ ਬੁੱਝ ਕੇ ਪਤਾ ਹੋਣ ਦੇ ਬਾਵਜੂਦ ਵੀ ਇਹ ਗੱਲਾਂ ਹੋ ਜਾਂਦੀਆਂ? ਦੇਖੋ, ਅੰਗਰੇਜ਼ੀ ਦੀ ਕਹਾਵਤ ਹੈ, ਦ ਪੀਪਲ ਗੈਟ ਦ ਗਵਰਨਮੈਂਟ ਦੇ ਡਿਜ਼ਰਵ। ਕਿਉਂਕਿ ਇਹਦਾ ਮਤਲਬ ਹੈ ਕਿ ਜਿਹੜੀ ਗੌਰਮੈਂਟ ਤੁਹਾਨੂੰ ਮਿਲਦੀ ਹੈ ਉਹ ਤੁਸੀਂ ਚੁਣਦੇ ਹੋ ਤੇ ਤੁਹਾਨੂੰ ਮਿਲਦੀ ਹੈ। ਇਹ ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਅਸੀਂ ਆਪਣੀਆਂ ਵੋਟਾਂ ਪਾ ਕੇ ਇਹੋ ਜਿਹੀਆਂ ਸਰਕਾਰਾਂ ਕਿਉਂ ਬਣਾਉਂਦੇ ਹਾਂ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਕਰਦੀਆਂ ਹੈਗੀਆਂ ਸਾਡੇ ਨਾਲ। ਹੁਣ ਇਹ ਤਾਜ਼ੀ ਗੌਰਮੈਂਟ ਬਣੀ ਹੈ ਤੇ ਹੁਣੇ ਲੋਕੀ ਅੱਕੇ ਬੈਠੇ ਹੈ ਇਹਨਾਂ ਦੇ ਖਿਲਾਫ। ਜੋ ਕੁਛ ਮੂਸੇਵਾਲ ਸਾਹਿਬ ਨਾਲ ਹੋਇਆ ਹੈ, ਤਾਂ ਮੇਰਾ ਮਤਲਬ ਚਿੱਤ ਤਾਂ ਇਹ ਬਿਲਕੁਲ ਖਰਾਬ ਹੋਇਆ ਲੋਕਾਂ ਦਾ। ਤਾਂ ਇਹਨਾਂ ਚੋਣਾਂ ਦੇ ਵਿੱਚ ਅਖੀਰਲਾ ਮੇਰਾ ਸਵਾਲ ਹੈ ਕਿ ਸੰਗਰੂਰ ਜਿਮਣੀ ਚੋਣ ਹੁਣ ਲੜ ਰਹੇ ਹੋ, ਤੇ ਪਹਿਲਾਂ ਵੀ ਚੋਣਾਂ ਲੜੀਆਂ, ਅਮਰਗੜ੍ਹ ਦੇ ਵਿੱਚ ਵੀ ਤੁਸੀਂ ਮੁਕਾਬਲਾ ਦਿੱਤਾ। ਇਹਨਾਂ ਚੋਣਾਂ ਦੇ ਵਿੱਚ ਖਾਸ ਕਰਕੇ ਸੰਗਰੂਰ ਦੇ ਜਿਹੜੇ ਵੋਟਰ ਹੈ, ਪਹਿਲਾਂ ਵੀ ਤੁਸੀਂ ਅਪੀਲਾਂ ਤੇ ਦਲੀਲਾਂ ਬਹੁਤ ਦਿੱਤੀਆਂ, ਹੁਣ ਇਸ ਇੰਟਰਵਿਊ ਦੇ ਜ਼ਰੀਏ ਕੀ ਕਹਿਣਾ ਚਾਹੋਗੇ ਖਾਸ ਕਰਕੇ ਸੰਗਰੂਰ ਦੇ ਲੋਕਾਂ ਨੂੰ? ਹਾਂ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਮੈਂ ਤੁਹਾਡੇ ਲਈ ਬਹੁਤ ਵਫਾਦਾਰੀ ਦੇ ਨਾਲ 5 ਸਾਲ ਕੰਮ ਕੀਤਾ ਹੈ, ਤੇ ਮੇਰੇ ਕੋਲੇ ਕੋਈ 660 ਪਿੰਡ ਸੀਗੇ ਮੇਰੇ ਹਲਕੇ 'ਚ, ਤੇ ਹਰੇਕ ਪਿੰਡ ਦੇ ਵਿੱਚ ਮੈਂ ਆਪਣੀ ਗ੍ਰਾਂਟ ਭੇਜੀ ਹੈ,
ਤੇ ਹਰੇਕ ਪਿੰਡ ਦਾ ਅਲੱਗਾ ਖਿਆਲ ਰੱਖਿਆ, ਹਰੇਕ ਫਿਰਕੇ ਦਾ ਅਲੱਗਾ ਖਿਆਲ ਰੱਖਿਆ, ਹਰੇਕ ਕਿੱਤੇ ਦਾ ਖਿਆਲ ਰੱਖਿਆ ਹੈ। ਤੇ ਮੈਂ ਫਿੱਟ ਆਦਮੀ ਹੈ ਜਿਹੜਾ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਤੁਹਾਡੀ ਨੁਮਾਇੰਦਗੀ ਕਰ ਸਕਦਾ ਹੈ ਤੇ ਤੁਸੀਂ ਨਿਮਰਤਾ ਸਹਿਤ ਐਤਕੀ ਤਕੜੇ ਹੋ ਕੇ ਮੈਨੂੰ ਵੋਟਾਂ ਪਾਓ। ਤੁਸੀਂ ਸਾਡੇ ਨਾਲ ਲੰਮੀ ਗੱਲਬਾਤ ਕੀਤੀ, ਵਿਚਾਰ ਵਟਾਂਦਰੇ ਕੀਤੇ, ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ ਤੁਹਾਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੈ ਜਿਨ੍ਹਾਂ ਨੂੰ ਮੈਂ ਬਹੁਤ ਦੇਰ ਦਾ ਜਾਣਦਾ ਸੀਗਾ ਤੇ ਜਿਨ੍ਹਾਂ ਦੇ ਨਾਲ ਗੱਲਬਾਤ ਹੋ ਸਕਦੀ ਸੀ ਸਰਕਾਰ ਦੀ, ਪਰ ਇਹਨਾਂ ਦੇ ਉੱਤੇ ਫੌਜ ਚਾੜ ਕੇ ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ, ਇਹ ਕਦੇ ਸਿੱਖ ਭੁੱਲ ਨਹੀਂ ਸਕਦੇ ਹੈਗੇ। ਠੀਕ ਹੈ, ਹਾਂ। ਆਹ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ। ਤਾਂ ਵੈਸੇ ਤਾਂ ਅਸੀਂ ਅਖੀਰ ਦੇ ਵਿੱਚ ਖਤਮ ਕਰ ਚੁੱਕੇ ਸੀ, ਪਰ ਜਿਵੇਂ ਤੁਸੀਂ ਤਸਵੀਰ ਵੱਲ ਇਸ਼ਾਰਾ ਕੀਤਾ, ਇੱਕ ਆਖਰੀ ਤੁਹਾਡੇ ਤੋਂ ਗੱਲਾਂ ਤੇ ਬਹੁਤ ਨੇ, ਅੱਗੇ ਵੀ ਚਰਚੇ ਕਰਦੇ ਰਵਾਂਗੇ। ਤੁਸੀਂ ਇਸੇ ਸੰਦਰਭ ਦੇ ਵਿੱਚ ਕੋਈ ਗੱਲ ਕਹਿਣੀ ਚਾਹੋ ਕਿ ਜਿਹੜੇ ਭਟਕੇ ਹੋਏ ਆ ਲੋਕ, ਖਾਸ ਕਰਕੇ ਸੇਧ ਲੈਣੀ ਚਾਹੀਦੀ ਹੈ, ਕੋਈ ਵੀ ਨਾਇਕ ਹੋ ਸਕਦਾ ਕਿਸੇ ਵੀ ਕੌਮ ਦੇ ਵਿੱਚ, ਕਿ ਗੱਲ ਦੇ ਉੱਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ, ਉਹ ਕਿਹੜੀ ਗੱਲ ਹੈ? ਫਿਰ ਇਹਨਾਂ ਦੇ ਇੱਕ ਆਖਰੀ ਵਕਤ ਸੀਗੇ ਕਿ ਜੇ ਹਿੰਦ ਦੀ ਫੌਜ ਦਰਬਾਰ ਸਾਹਿਬ ਦੇ ਉੱਤੇ ਚੜ੍ਹਾਈ ਕਰਦੀ ਹੈ ਤੇ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਉਸ ਦਿਨ ਤੋਂ ਲੱਗ ਕੇ ਅੱਜ ਤੱਕ ਸਾਡੀ ਪਾਰਟੀ ਇਸ ਨਿਸ਼ਾਨੇ ਦੇ ਉੱਤੇ ਬੈਠੀ ਹੈ ਤੇ ਅਸੀਂ ਆਸਾਂ ਲਈ ਬੈਠੇ ਹੈ ਕਿ ਅਸੀਂ ਇੰਨਾ ਕੰਮ ਕਰੀਏ ਕਿ ਸਾਨੂੰ ਆਜ਼ਾਦੀ ਹੋਵੇ ਤੇ ਇੱਕ ਬਫਰ ਸਟੇਟ ਬਣੇ ਸਾਡੀ, ਜਿਹਦੇ ਪਾਸੇ ਇੱਕ ਪਾਸੇ ਇਸਲਾਮਿਕ ਪਾਕਿਸਤਾਨ ਹੋਵੇ, ਇੱਕ ਪਾਸੇ ਹਿੰਦੂ ਇੰਡੀਆ ਹੋਵੇ, ਇੱਕ ਪਾਸੇ ਕਮਿਊਨਿਸਟ ਚੀਨ ਹੋਵੇ। ਇਹ ਤਿੰਨੇ ਤਾਕਤਾਂ ਦੇ ਕੋਲੇ ਪਰਮਾਣੂ ਹਥਿਆਰ ਹੈਗੇ ਹੈ ਤੇ ਇਹਨਾਂ ਦੀ ਲੜਾਈ ਇੱਟ ਕੁੱਤੇ ਦੀ ਆਪਸ ਦੇ ਵਿੱਚ, ਤੇ ਜੇ ਇਹਨਾਂ ਦਾ ਜੰਗ ਹੋ ਗਿਆ ਤਾਂ ਪਿਰਚ ਨਿਕਲੂਗੀ ਸਾਡੇ ਪੰਜਾਬੀਆਂ ਦੀ। ਬੇਸ਼ੱਕ ਉਹ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਸਿੱਖ ਹੈ, ਤੇ ਸਾਡੀ ਤਾਂ ਜਿਹੜੀ ਨਸਲ ਹੈ ਇਹ ਖਤਮ ਹੋ ਜੂਗੀ। ਇਸ ਕਰਕੇ ਖਾਲਿਸਤਾਨ ਇੱਕ ਬਫਰ ਸਟੇਟ ਹੋਣੀ ਬਹੁਤ ਸਾਡੇ ਲਈ ਜ਼ਰੂਰੀ ਹੈ। ਬਹੁਤ ਸ਼ੁਕਰੀਆ ਜੀ। ਤੇ ਸਾਡੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਮੀਦਵਾਰ ਵੀ ਨੇ ਸੰਗਰੂਰ ਜ਼ਿਮਨੀ ਚੋਣ ਤੋਂ। ਬਹੁਤ ਗੱਲਾਂ ਹੋਈਆਂ ਇਤਿਹਾਸ ਦੇ ਵਿੱਚੋਂ ਵੀ ਕੁਝ, ਔਰ ਮੌਜੂਦਾ ਸਮੇਂ ਦੇ ਵਿੱਚ ਜੋ ਹਾਲਾਤ ਬਣੇ ਨੇ, ਪਰ ਹੁਣ ਦੇਖਣਾ ਹੋਵੇਗਾ ਕਿ ਜਦੋਂ ਵੀ ਕੋਈ ਆਗੂ ਕੋਈ ਵੀ ਨੁਮਾਇੰਦਗੀ ਕਰਦਾ ਹੈ, ਕਿਸੇ ਵੀ ਮੁੱਦੇ ਨੂੰ ਲੈ ਕੇ ਕਰ ਰਿਹਾ ਹੋਵੇ, ਤਾਂ ਉਸ ਦਾ ਸਾਥ ਲੋਕ ਕਿੰਨਾ ਦਿੰਦੇ ਨੇ, ਇਹ ਲੋਕਾਂ ਨੇ ਤੈਅ ਕਰਨਾ ਹੈ। ਤਾਂ ਫਿਲਹਾਲ ਅੱਜ ਦੀ ਮੁਲਾਕਾਤ ਵਿੱਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ਚੰਡੀਗੜ੍ਹ।